प्यारे दर्शकों, सिख चैनल की टीम इस वक्त खड़ी है गुरुद्वारा सिख गुरुद्वारा सन होजे कैलीफोर्निया USA की धरती ते असीं तुहानूं अज इंटरव्यू करन जा रहे हैं पंथ की महान शख्सियत जिन्हां ने कि पंथ कौम नूं बड़ी वड्डी जिन्हां दी देन है, जिन्हां दा कि बड़ा वड्डा योगदान है। सिख दर्दी सारे ही उन्हां दे नाल प्यार करदे हन। उन्हां दा जिहड़ा दिन जिहड़ा जो उन्हां मुश्किलां कट्टियां वो अखां दे गाड़ी जदों घुमदा है तो बड़ा एक दर्दनाक दृश अखां दे गाड़ी आउंदा है, जिन्ना कि दुख की ना परवाह करदे हैं कौम लई बड़ा जफर जालिया। कहण दा भाव शहीद भाई साहब भाई जसवंत सिंह जी खालड़ा जिहड़े उन्हां दी बेटी नवकिरण कौर साडे नाल खड़ी है इस वक्त, तो उन्हां दे रूबरू करवाउने आ उन्हां दी जबान तो तुहानूं जिहड़ा वा वो अपना हिस्टरी सुणाउने आ जिहड़ी उन्हां ने अखीं वेखी जां उन्हां ने सुनी अपने फादर साहब दे बारे। सो बेड़ा जी, वाहिगुरू जी का खालसा वाहिगुरू जी का खालसा वाहिगुरू जी की फतेह जी। मेरा नाम नवकिरण कौर खालड़ा है तो मैं शहीद जसवंत सिंह खालड़ा की बेटी हाँ जो कि अज कैलीफोर्निया की धरती में खड़ी हाँ। मैनू इत्थे मूव होया नू ऑलमोस्ट 10 साल हो चुके ने। बेटा जी नवकिरण कौर जी, तुसी इंडिया तो किन्ने साल हो गए आ इत्थे मूव होए? हाँ जी, मैनू इत्थे आया नू 10 साल हो गए। मैं 2009 ਦੇ ਵਿੱਚ ਇੱਥੇ ਆਈ ਸੀਗੀ ਤੇ ਉਦੋਂ ਮੈਂ ਐਜ਼ ਅ ਸਟੂਡੈਂਟ ਇੱਥੇ ਪੜ੍ਹਨ ਦੇ ਲਈ ਆਈ ਸੀ, ਆਪਣੀ ਮਾਸਟਰਸ ਕਰਨ ਲਈ ਇੰਜੀਨੀਅਰਿੰਗ ਦੇ ਵਿੱਚ। ਤੇ ਉਸ ਤੋਂ ਬਾਅਦ ਇੱਥੇ ਹੀ ਮੈਨੂੰ ਜੌਬ ਕਰਨ ਲੱਗ ਗਈ ਤੇ ਹੁਣ ਮੇਰੀ ਸ਼ਾਦੀ ਵੀ ਇੱਥੇ ਹੀ ਹੋ ਚੁੱਕੀ ਹੈ। ਸੋ ਬੇਟਾ ਜੀ, ਤੁਸੀਂ ਸੰਗਤਾਂ ਇਹ ਜਾਣਨੀਆਂ ਚਾਹੁਣਗੀਆਂ ਕਿ ਜਦੋਂ ਤੁਹਾਡੇ ਫਾਦਰ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜਦੋਂ ਉਹਨਾਂ ਨੇ ਕੀ ਜਿਹੜਾ ਸਾਰਾ ਸਿੱਖ ਕੌਮ ਵਾਸਤੇ ਕੰਮ ਕੀਤਾ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀਆਂ ਡੈੱਡ ਬਾਡੀਆਂ ਦਾ ਇੱਕ ਬੜਾ ਵੱਡਾ ਜਿਹੜਾ ਉਹਨਾਂ ਨੂੰ ਇੱਕ ਗੁਲਥੀ ਉਹਨਾਂ ਸੁਲਝਾਈ ਕਿ ਹਜ਼ਾਰਾਂ ਦੀ ਤਾਦਾਦ ਦੇ ਨਾਲ ਉਹਨਾਂ ਨੇ ਜਾ ਕੇ ਡੈੱਡ ਬਾਡੀਆਂ ਦੀ ਜਿਹੜੀ ਆ ਹਿਸਟਰੀ ਇਕੱਠੀ ਕੀਤੀ, ਉਹਦੇ ਬਾਰੇ ਸੰਗਤਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਉਹਨਾਂ ਇਹ ਸਾਰਾ ਕਾਰਜ ਕੀਤਾ। देखो, असी 1984 का जो सिख कौम का संघर्ष है सारे वो तो काफ़ी वाकिफ हाँ। संघर्ष हमेशा कई तरीक़े नाल लड़िया जा सकता है। संत जरनैल सिंह खालसा पिंडरां वालियां दा जो एक विढ़िया होया एक लड़ाई सी जो पीक ते सी, जबकि सिख कौम की जो लड़ाई उस उतों की हकूमत उतों के इनजस्टिस नाल चल रही सी, वो काफ़ी चिरां दी चल रही सी। पर संतां दा एक तरीका सी लड़ाई देण दा, पर जसवंत सिंह खालड़ा जो उस वेले सब ਕੰਮ ਨੂੰ ਵਾਚ ਰਹੇ ਸੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਸੀ, ਜੋ ਸਿੱਖਾਂ ਦੇ ਨਾਲ ਪੂਰੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਹੋ ਰਿਹਾ ਸੀ, ਉਹਨਾਂ ਨੇ ਇਸ ਚੀਜ਼ 'ਤੇ ਸਾਰੀ ਨਜ਼ਰ ਰੱਖੀ ਹੋਈ ਸੀ। ਅਤੇ ਜਦੋਂ ਉਹਨਾਂ ਨੂੰ ਲੱਗਾ ਕਿ ਜੋ ਨਸਲਕੁਸ਼ੀ ਸਿੱਖਾਂ ਦੀ ਹੋ ਰਹੀ ਹੈ ਅਤੇ ਉਸ ਨਸਲਕੁਸ਼ੀ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਜਾਂ ਉਸ ਨਸਲਕੁਸ਼ੀ ਦੇ ਬਾਰੇ ਲੋਕ ਕਚਹਿਰੀ ਦੇ ਵਿੱਚ, ਦੁਨੀਆ ਭਰ ਦੀ ਲੋਕ ਕਚਹਿਰੀ ਦੇ ਵਿੱਚ ਸਿੱਖ ਆਪਣਾ ਕੇਸ ਪੇਸ਼ ਨਹੀਂ ਕਰ ਪਾ ਰਹੇ। ਅਤੇ ਮੈਂ ਕਹਿੰਦੀ ਹਾਂ ਕਿ ਹਰ ਚੀਜ਼ ਜਿਹੜੀ ਹੈ ਸਿੱਖ ਐਜ਼ ਅ ਸਿੱਖ ਆਪਾਂ ਯਕੀਨ ਰੱਖਦੇ ਹਾਂ ਕਿ ਇਹ ਗੁਰੂ ਹੀ ਬਲ ਬੁੱਧੀ ਦਿੰਦਾ ਹੈ, ਗੁਰੂ ਹੀ ਸ਼ਕਤੀ ਦਿੰਦਾ ਹੈ ਕਿ ਅਸੀਂ ਆਪਣਾ ਜਿਹੜਾ ਗੁਰੂ ਨਾਲ ਕਮਿਟਮੈਂਟ ਆ ਉਹ ਕਿਵੇਂ ਪੂਰੀ ਕਰਨੀ ਹੈ, ਅਤੇ ਉਹ ਆਪੇ ਹੀ ਰਾਹ ਦੱਸ ਦਿੰਦਾ ਹੈ। ਇਵੇਂ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਲ ਹੋਇਆ। ਉਹ ਪੰਜਾਬ ਕੋਆਪਰੇਟਿਵ ਬੈਂਕ ਜਿਹੜੀਆਂ ਕਿਸਾਨਾਂ ਦੀਆਂ ਕੋਆਪਰੇਟਿਵ ਬੈਂਕਾਂ ਨੇ ਪੰਜਾਬ ਦੇ ਵਿੱਚ, ਉਹਦੇ ਵਿੱਚ ਉਹ ਡਾਇਰੈਕਟਰ ਸੀ। ਉਹਨਾਂ ਦੇ ਡਾਇਰੈਕਟਰ ਦੇ ਸਮੇਂ ਦੇ ਦੌਰਾਨ ਉਹਨਾਂ ਦੇ 3 ਜਿਹੜੇ ਸਾਥੀ ਸੀਗੇ ਉਹ ਪੰਜਾਬ ਪੁਲਿਸ ਵੱਲੋਂ ਚੱਕ ਕੇ ਜਿਹੜੇ ਉਹ ਮਾਰ ਮੁਕਾ ਕੇ ਖਪਾ ਦਿੱਤੇ ਗਏ। ਉਹ ਸਾਥੀ ਇੱਕ ਤਾਂ ਜੀ ਭਾਈ ਅਮਰੀਕ ਸਿੰਘ ਮੱਤੇਵਾਲ ਦਾ ਭਰਾ, ਭਾਈ ਸੀਤਲ ਸਿੰਘ ਮੱਤੇਵਾਲ ਦਾ ਭਰਾ ਭਾਈ ਅਮਰੀਕ ਸਿੰਘ, ਅਤੇ ਦੈਨ ਭਾਈ ਸੁਲਤਾਨਵਿੰਡ ਦੇ ਜਿਹੜੇ ਸੀਗੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚਾ ਜੀ, ਅਤੇ ਇੱਕ ਹੋਰ ਜਿਹੜੇ ਸ਼ਹੀਦ ਉਹਨਾਂ ਦੇ 3 ਕੁਲੀਗ ਚੱਕ ਕੇ ਸ਼ਹੀਦ ਕਰ ਦਿੱਤੇ ਗਏ। ਜਦੋਂ ਐਜ਼ ਅ ਕੁਲੀਗ, ਐਜ਼ ਅ ਦੋਸਤ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਬਾਰੇ ਪੁੱਛਣ ਗਏ ਤਾਂ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੇ ਦੱਸ ਦਿੱਤਾ, ਅਤੇ ਅੱਗੇ ਵੀ ਜਿਵੇਂ ਇਨਫੋਰਮਲ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਨੂੰ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਸ਼ੀਤਲਾ ਮੰਦਰ ਜਿਹੜਾ ਸ਼ਮਸ਼ਾਨ ਘਾਟ ਹੈ ਅੰਮ੍ਰਿਤਸਰ ਦੇ ਵਿੱਚ, ਉੱਥੇ ਕੀਤਾ ਗਿਆ। ਸੋ ਇੱਕ ਵਰਿਡ ਦੋਸਤ ਦੀ ਤਰ੍ਹਾਂ, ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਜਦੋਂ ਉਹ ਸੀਤਲਾ ਮੰਦਰ ਦੇ ਵਿੱਚ ਉੱਥੇ ਆਪਣੇ ਦੋਸਤਾਂ ਦੀ ਭਾਲ ਕਰਨ ਗਏ, ਉਹਨਾਂ ਦੀਆਂ ਲਾਸ਼ਾਂ ਲੱਭਣ ਗਏ, ਤਾਂ ਉੱਥੇ ਕੰਮ ਕਰਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਕੋਈ ਰਿਕਾਰਡ ਨਹੀਂ ਕਿ ਤੁਹਾਡਾ ਬੰਦਾ ਇੱਥੇ ਲਿਆਂਦਾ ਗਿਆ ਜਾਂ ਨਹੀਂ, ਪਰ ਇੱਥੇ ਤਾਂ ਹਜ਼ਾਰਾਂ ਲਾਸ਼ਾਂ ਆਉਂਦੀਆਂ ਨੇ
ਇੱਕ ਥਾਂ ਹੈਗੀ ਹੈ ਜਿੱਥੇ ਤੁਹਾਨੂੰ ਜਿਹੜਾ ਆ ਉਹ ਪੂਰਾ ਹਿਸਾਬ ਮਿਲ ਸਕਦਾ ਹੈ। ਉਹ ਥਾਂ ਜਿੱਥੇ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ ਉਹ ਬਾਲਣ ਇਸ਼ੂ ਕਰਦੀ ਹੈ ਲਾਵਾਰਸ ਲਾਸ਼ਾਂ ਦੇ ਨਾਂ 'ਤੇ, ਕਿਉਂਕਿ ਜਿਹੜਾ ਹਾਕਮ ਧਿਰ ਸੀ, ਜਿਹੜੀ ਪੰਜਾਬ ਪੁਲਿਸ ਸੀ, ਉਸ ਵੇਲੇ ਰੱਬ ਨੂੰ ਭੁੱਲ ਚੁੱਕੀ ਸੀ। ਜਾਂ ਜਿਵੇਂ ਮੇਰੇ ਫਾਦਰ ਸਾਹਿਬ ਨੇ ਆਪਣੀ ਸਪੀਚ 'ਚ ਵੀ ਕਿਹਾ ਸੀਗਾ ਕਿ ਚੋਰ ਆਪਣੇ ਨਿਸ਼ਾਨ ਜਿਹੜੇ ਉਹ ਛੱਡੀ ਜਾ ਰਿਹਾ ਸੀ, ਤਾਂ ਉਹਨਾਂ ਨੇ ਇਹ ਜਿਹੜਾ ਨਿਸ਼ਾਨ ਆਪਣੇ ਉਸ ਲੌਗ ਬੁੱਕਾਂ ਦੇ ਵਿੱਚ ਛੱਡੇ ਸੀ, ਉਸ ਲੌਗ ਬੁੱਕ ਵਿੱਚ ਸਾਫ਼ ਲਿਖਿਆ ਪਿਆ ਸੀ ਕਿ ਕਿਹੜੀ ਲਾਸ਼ ਕਿਹੜਾ ਥਾਣੇਦਾਰ ਲੈ ਕੇ ਆਇਆ ਹੈ, ਉਸ ਲਾਸ਼ ਦੇ ਬਾਰੇ ਸਾਰਾ ਉਹਦਾ ਨਾਂ, ਉਹਦਾ ਪਤਾ, ਉਹਦੇ ਪਿਤਾ ਦਾ ਨਾਂ, ਉਹਦੇ ਪਿੰਡ ਦਾ ਨਾਂ। ਉੱਥੇ ਉਹ ਇੱਕ ਲਾਸ਼ ਲੱਭਣ ਗਏ ਸੀ, ਪਰ ਉਹਨਾਂ ਨੂੰ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ, 3 ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੀਆਂ 6000 ਲਾਸ਼ਾਂ ਲੱਭੀਆਂ, ਜਿਹਦੇ 'ਚੋਂ 297 ਲਾਸ਼ਾਂ ਐਸੀਆਂ ਸੀ ਜਿਨ੍ਹਾਂ ਦਾ ਸਾਫ਼ ਲਿਖਿਆ ਪਿਆ ਸੀ ਕਿ ਇੱਕ ਸਿੱਖ ਬੱਚਿਆਂ ਦੀਆਂ ਲਾਸ਼ਾਂ ਨੇ, ਇਹ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਤੱਕ ਸੀ। ਉਹਨਾਂ ਵਿੱਚ ਸਿਰਫ ਬੱਚਿਆਂ ਦੀ ਨਹੀਂ, ਕੁਝ ਬਜ਼ੁਰਗਾਂ ਦੀਆਂ, ਕੁਝ ਮਾਤਾਵਾਂ ਦੀਆਂ, ਕੁਝ ਬੀਬੀਆਂ ਦੀਆਂ ਵੀ ਲਾਸ਼ਾਂ ਨੇ। ਤੇ ਉਹ ਜਦੋਂ ਕਿਉਂਕਿ ਮੇਰੇ ਫਾਦਰ ਸਾਹਿਬ ਉਸ ਵੇਲੇ ਪੋਲੀਟੀਕਲ ਮੂਵਮੈਂਟਸ ਦੇ ਵਿੱਚ ਇਨਵੋਲਵ ਤਾਂ ਹੋ ਚੁੱਕੇ ਸੀ, ਪਰ ਜਿਹੜਾ ਉਹਨਾਂ ਨੂੰ ਕੋਈ ਆਪਾਂ ਕਹਿ ਸਕਦੇ ਹਾਂ ਕਿ ਸਿਰਾ ਨਹੀਂ ਸੀ ਲੱਭ ਰਿਹਾ ਉਸ ਗੁੰਝਲ ਨੂੰ ਸੁਲਝਾਉਣ ਲਈ ਕਿ ਮੈਂ ਇਸ ਚੀਜ਼ ਨੂੰ ਕਿਵੇਂ ਪੇਸ਼ ਕਰਾਂ ਦੁਨੀਆ ਦੇ ਸਾਹਮਣੇ। ਕਿੰਨੀਆਂ ਲਾਸ਼ਾਂ ਤੁਸੀਂ ਦੱਸਿਆ, ਦਰਸ਼ਕ ਫਿਰ ਜਾਣਨਾ ਚਾਹੁਣਗੇ ਕਿ ਕਿੰਨੀਆਂ ਲਾਸ਼ਾਂ ਜਿਹੜੀਆਂ ਉਹਨਾਂ ਨੇ ਲੱਭੀਆਂ? ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟ, ਜਿਹੜਾ ਇੱਕ ਅੰਮ੍ਰਿਤਸਰ ਸੀਤਲਾ ਮੰਦਰ, ਪੱਟੀ ਤੇ ਤਰਨਤਾਰਨ, ਉਹਨਾਂ ਦੇ 3 ਸ਼ਮਸ਼ਾਨ ਘਾਟਾਂ ਦੇ ਵਿੱਚ ਟੋਟਲ ਜਿਹੜਾ ਲਾਸ਼ਾਂ ਦਾ ਆਪਾਂ ਕਹਿ ਸਕਦੇ ਹਾਂ ਇੱਕ ਢੇਰ ਸੀ, ਉਹ 6000 ਦਾ ਸੀ। ਪਰ ਉਹਦੇ ਵਿੱਚੋਂ 297 ਲਾਸ਼ਾਂ ਜਿਹੜੀਆਂ ਜਿਨ੍ਹਾਂ ਦਾ ਰਿਕਾਰਡ ਸਾਫ਼ ਉੱਥੇ ਲਿਖਿਆ ਪਿਆ ਸੀ। ਸੋ ਉਹਨਾਂ ਲਾਸ਼ਾਂ ਦੇ ਜਦੋਂ ਉਹਨਾਂ ਨੇ ਉਹ ਰਿਕਾਰਡ ਦੇਖਿਆ ਤਾਂ ਉਹ ਇੱਕ ਬਹੁਤ ਵੱਡਾ ਕਲੈਰੀਕਲ ਜਿਹੜੀ ਮਿਸਟੇਕ ਸੀ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਲਾਵਾਰਸ ਲਾਸ਼ ਮਿਲਦੀ ਹੈ ਤਾਂ ਇੱਕ ਸਰਕਾਰੀ ਫਰਜ਼ ਬਣਦਾ ਹੈ ਉੱਥੋਂ ਦੀ ਮਿਊਨਿਸਪਲ ਕਮੇਟੀ ਦਾ, ਉੱਥੋਂ ਦੀਆਂ ਸਰਕਾਰਾਂ ਦਾ, ਕਿ ਉਹ ਲਾਵਾਰਸ ਲਾਸ਼ਾਂ ਦੀਆਂ ਪਛਾਣ ਜਾਂ ਉਹਨਾਂ ਦੇ ਬਾਰੇ ਸਾਂਭ ਕੇ ਰੱਖਿਆ ਜਾਵੇ। ਜਾਂ ਫਿਰ ਉਹਨਾਂ ਕੇਸਿਸ ਦੇ ਵਿੱਚ ਤਾਂ ਇਹੋ ਜਿਹੀਆਂ ਲਾਸ਼ਾਂ ਸਨ ਜਿਨ੍ਹਾਂ ਦਾ ਸਭ ਕੁਝ ਪਤਾ ਸੀ ਪਰ ਲਾਸ਼ਾਂ ਵਾਪਸ ਪਰਿਵਾਰ ਨੂੰ ਨਹੀਂ ਮੋੜੀਆਂ ਗਈਆਂ। ਉਹਨਾਂ ਵਿੱਚੋਂ ਇੱਕ ਬਹੁਤ ਹੀ ਜਿਹੜੇ ਕਈ ਇੰਪੋਰਟੈਂਟ ਕੇਸ ਸੀਗੇ, ਬਾਬਾ ਗੁਰਬਚਨ ਸਿੰਘ ਮਾਣੋਚਲ ਦੀ ਲਾਸ਼ ਵੀ ਲਾਵਾਰਸ ਲਾਸ਼ਾਂ ਦੇ ਵਿੱਚ ਸੀ। ਸੋ ਇਹ ਸਾਰੀਆਂ ਲਾਸ਼ਾਂ ਦਾ ਜਦੋਂ ਉਹਨਾਂ ਨੇ ਜਿਹੜਾ ਡੇਟਾ ਸੀ ਉਹ ਕਾਮਯਾਬ ਹੋਏ ਆਪਣੀ ਟੀਮ ਦੇ ਨਾਲ ਉਸ ਡੇਟਾ ਨੂੰ ਉੱਥੋਂ ਕੱਢਣ ਲਈ, ਉਹਦੀਆਂ ਫੋਟੋ ਕਾਪੀਆਂ ਕਰਾਉਣ ਲਈ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਿ ਉਹ ਉੱਥੇ ਉਹਨਾਂ ਨੇ ਪਰਿਵਾਰ ਆਇਡੈਂਟੀਫਾਈ ਕਰ ਲਏ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਸੀਗੇ। ਅਤੇ ਉਹਨਾਂ ਨੇ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਣੇ ਬੱਚਿਆਂ ਦੇ ਜਿਹੜੇ ਤੁਹਾਡੇ ਬੱਚੇ ਸ਼ਹੀਦ ਕਰ ਦਿੱਤੇ ਗਏ ਆ ਉਹਨਾਂ ਦੇ ਕੇਸ ਜਿਹੜੇ ਆ ਉਹ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਓ। ਪਰ ਉਦੋਂ ਪਰਿਵਾਰ ਬਹੁਤ ਸਹਿਮੇ ਹੋਏ ਸੀ। ਅਸੀਂ ਗੱਲ ਕਰ ਰਹੇ ਹਾਂ 92-93 ਦੀ, 1992-93 ਦੀ। ਅਤੇ ਤੁਹਾਡੀ ਉਦੋਂ ਤੁਹਾਡੀ ਏਜ ਕਿੰਨੀ ਕੁ ਸੀ? ਹਾਂਜੀ, ਉਸ ਵੇਲੇ ਤਾਂ ਮੇਰੀ ਏਜ ਕੋਈ 6-7 ਸਾਲ ਦੀ ਹੋਊਗੀ। ਤੇ ਤੁਸੀਂ ਵੇਖਿਆ ਕਿ ਹਰ ਇੱਕ ਪਿਆਰੇ ਦਰਸ਼ਕੋ ਬਾਪ ਆਪਣੇ ਬੱਚਿਆਂ ਨਾਲ ਲਾਡ ਲਾਉਂਦਾ ਵਾ, ਚਾਅ, ਤੇ ਤੁਸੀਂ ਕਿੰਨਾ ਕੁ ਚਿਰ ਗੋਦੀ ਦਾ ਆਨੰਦ ਮਾਣਿਆ, ਕਿਸ ਤਰ੍ਹਾਂ ਤੁਹਾਡੇ ਨਾਲ ਪਿਆਰ ਕਰਦੇ ਸੀਗੇ, ਤੇ ਤੁਸੀਂ ਭੈਣ ਭਰਾ ਕਿੰਨੇ ਆ? ਹਾਂਜੀ, ਮੇਰਾ ਇੱਕ ਹੋਰ ਬ੍ਰਦਰ ਹੈ ਅਤੇ ਪਰਿਵਾਰ ਸਾਡਾ ਇੱਕ ਨੋਰਮਲ ਪਰਿਵਾਰ ਸੀਗਾ, ਜਿਵੇਂ ਸਾਰੇ ਬੱਚਿਆਂ ਦਾ ਆਪਦੇ ਪੇਰੈਂਟਸ ਨਾਲ ਰਿਲੇਸ਼ਨਸ਼ਿਪ ਹੁੰਦਾ। 1995 'ਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਚੱਕ ਲਿਆ ਗਿਆ। ਉਦੋਂ ਮੇਰੀ ਉਮਰ 10 ਸਾਲ ਦੀ ਸੀ, ਮੇਰਾ ਬ੍ਰਦਰ ਉਦੋਂ 8 ਕੁ ਸਾਲ ਦਾ ਸੀ। ਸੋ ਬਹੁਤ ਹੀ ਹੈਰਾਨੀ ਦੀ ਗੱਲ ਇਹ ਹੈ ਕਿ 1995 ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਦੇ ਘਰ ਕਦੀ ਵੀ ਕੋਈ ਪੁਲਿਸ ਦਾ ਕੇਸ, ਖੈਰ 95 ਤੋਂ ਬਾਅਦ ਵੀ ਉਹਨਾਂ ਦੇ ਚੱਕੇ ਜਾਣ ਤੋਂ ਬਾਅਦ ਵੀ ਪੰਜਾਬ ਪੁਲਿਸ ਅੱਜ ਤੱਕ ਕੇਸ ਡਿਫੈਂਸ 'ਚ ਲੜਦੀ ਰਹੀ ਹੈ। ਉਹਨਾਂ ਨੇ ਸੁਪਰੀਮ ਕੋਰਟ ਤੱਕ ਇਹ ਗੱਲ ਕਹੀ ਹੈ ਕਿ ਇਹ ਬੰਦਾ ਸਾਨੂੰ ਕਿਸੇ ਵੀ ਕੇਸ 'ਚ ਲੋੜੀਂਦਾ ਨਹੀਂ ਸੀ ਅਤੇ ਇਸ ਬੰਦੇ ਦਾ ਕੋਈ ਕ੍ਰਾਈਮ ਨਹੀਂ ਸੀ ਜਿਹੜਾ ਪੁਲਿਸ ਨੂੰ ਚੱਕੂਗੀ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਕੋਈ ਵਾਹ ਵਾਸਤਾ ਵੀ ਨਹੀਂ ਰਿਹਾ ਪਹਿਲਾਂ ਪੰਜਾਬ ਪੁਲਿਸ ਦੇ ਨਾਲ ਜਾਂ ਕਿਸੇ ਹੋਰ ਸਰਕਾਰੀ ਦਰਬਾਰੇ ਦੇ ਨਾਲ। ਪਰ ਜਿਹੜਾ ਇੱਕ ਮਿਸ਼ਨ ਉਹਨਾਂ ਨੂੰ ਮਿਲ ਗਿਆ ਸੀਗਾ, ਉਹ ਮਿਸ਼ਨ ਉਹਨਾਂ ਨੇ ਜਦੋਂ ਉਹ ਲਾਸ਼ਾਂ ਲੱਭੀਆਂ ਤਾਂ ਫਿਰ ਉਹ ਪਰਿਵਾਰਾਂ ਤੋਂ ਬਾਏ ਨੇਮ ਉਹਨਾਂ ਨੇ 40 ਕੇਸ ਜਿਹੜੇ ਪਵਾਏ ਤਰਨਤਾਰਨ ਏਰੀਏ ਦੇ ਵਿੱਚੋਂ, ਜਿਹੜੇ ਸਿੱਧੇ ਹੀ ਅਜੀਤ ਸਿੰਘ ਸੰਧੂ ਦੇ ਖਿਲਾਫ ਜਾ ਕੇ ਲੱਗੇ ਅਤੇ ਜਾਂ ਫਿਰ KPS ਗਿੱਲ ਦੇ ਖਿਲਾਫ। ਸੋ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਇਹ ਵੀ ਅੰਦਾਜ਼ਾ ਹੋ ਗਿਆ ਕਿ ਹੁਣ ਜੇ ਮੈਂ ਇਹ ਸਾਰਾ ਕੇਸ ਇੱਥੇ ਖੋਲ੍ਹਦਾ ਹੈ, ਕਿਉਂਕਿ ਤੁਹਾਨੂੰ ਇਨਡਾਇਰੈਕਟ ਥ੍ਰੈਟਸ ਮਿਲਣ ਲੱਗ ਜਾਂਦੀਆਂ ਸਰਕਾਰਾਂ ਤੋਂ, ਪੰਜਾਬ ਪੁਲਿਸ ਤੋਂ। ਸੋ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਇਹ ਕੇਸ ਇੱਥੇ ਸਾਰੇ ਖੋਲ੍ਹਿਆਂ ਦਾ ਵੀ ਫਾਇਦਾ ਨਹੀਂ ਜਿੰਨੀ ਦੇਰ ਤੱਕ ਮੈਂ ਹੋਰ ਦੁਨੀਆ ਨੂੰ ਇਸ ਗੱਲ ਦਾ ਚਾਨਣ ਨਹੀਂ ਦਿੰਦਾ।
ਸੋ ਇਹ ਗੱਲ ਉਹਨਾਂ ਨੇ ਇਸ ਗੱਲ ਤੇ ਉਹ ਬਹੁਤ ਵਜ਼ਨ ਦਿੰਦੇ ਸੀ ਕਿ ਸਿਰਫ ਤੇ ਸਿਰਫ ਜਿਹੜੀਆਂ ਕਚਹਿਰੀਆਂ 'ਚ ਜਾਣਾ ਸਾਡਾ ਫਰਜ਼ ਨਹੀਂ, ਸਾਡਾ ਫਰਜ਼ ਦੁਨੀਆ ਦੀ ਲੋਕ ਕਚਹਿਰੀ 'ਚ ਜਾਣਾ ਵੀ ਹੈ, ਜਿੱਥੇ ਦੁਨੀਆ ਦੇ ਵਿੱਚ ਜਿਹੜੇ ਜਮਹੂਰੀ ਹੱਕਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਆ, ਉਹ ਸੋਚ ਨੂੰ ਅਪਣਾਉਣ ਵਾਲੇ ਲੋਕ ਆ, ਉਹਨਾਂ ਤੱਕ ਸਾਡਾ ਮੈਸੇਜ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਸੋ ਉਹ ਕੈਨੇਡਾ ਦੀ ਧਰਤੀ ਦੇ ਵਿੱਚ 1995 ਅਪ੍ਰੈਲ ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦੀ ਟੀਮ ਦੇ ਨਾਲ ਹਿਊਮਨ ਰਾਈਟਸ ਦੇ ਇੱਕ ਫੋਰਮ 'ਤੇ ਸੱਦੇ ਗਏ। ਉੱਥੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜੂਨ ਦੇ ਵਿੱਚ ਜਿਹੜਾ ਇਹ WSO ਕੈਨੇਡਾ ਦੇ ਵਿੱਚ ਡਿਨਰ ਕਰਦੀ ਹੈ 6 ਜੂਨ ਨੂੰ ਕਮੈਮੋਰੇਟ ਕਰਨ ਦੇ ਲਈ, ਉੱਥੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਪਣਾ ਸਾਰਾ ਡੇਟਾ ਰੱਖਿਆ। ਉਸ ਵੇਲੇ ਉੱਥੋਂ ਦੀ ਪਾਰਲੀਮੈਂਟ ਦੇ MPਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਪੋਲੀਟੀਕਲ ਅਸਾਈਲਮ ਦਿੰਦੇ ਹਾਂ ਅਤੇ ਤੁਸੀਂ ਨਾ ਜਾਓ, ਤੁਹਾਡੀ ਜਾਨ ਨੂੰ ਉੱਥੇ ਖਤਰਾ ਹੈ। ਪਰ ਜਸਵੰਤ ਸਿੰਘ ਖਾਲੜਾ ਦਾ ਜਵਾਬ ਉੱਥੇ ਇਹ ਸੀਗਾ ਕਿ ਜਿਨ੍ਹਾਂ ਪਰਿਵਾਰਾਂ ਨੇ ਮੇਰੇ ਭਰੋਸੇ 'ਤੇ ਉੱਥੇ ਕੇਸ ਕੀਤੇ ਆ, ਉਹ ਪਰਿਵਾਰ ਇਹ ਸੋਚਣਗੇ ਕਿ ਸਾਨੂੰ ਫਸਾ ਕੇ ਆਪ ਜਿਹੜਾ ਹੈ ਉਹ ਸਿਕਿਉਰ ਥਾਂ 'ਤੇ ਚਲੇ ਗਏ। ਸੋ ਪਿਆਰੇ ਦਰਸ਼ਕੋ, ਵੇਖੋ ਕਿ ਆਪਾਂ ਪੱਕੇ ਹੋਣ ਲਈ ਕਿੰਨੇ ਝੂਠ ਸੱਚ ਬੋਲਦੇ ਹਾਂ। ਉਹ ਹੌਨਸਟ ਆਦਮੀ ਦੀ ਫੇਸ ਇਜ਼ ਦਾ ਮਿਰਰ ਆਫ ਦਾ ਮਾਈਂਡ। ਤੁਸੀਂ ਸਰਦਾਰ ਜਸਵੰਤ ਸਿੰਘ ਦਾ ਚਿਹਰਾ ਅੱਜ ਵੀ ਉਹਨਾਂ ਦੀਆਂ ਤਸਵੀਰਾਂ 'ਤੇ ਵੇਖ ਸਕਦੇ ਜੇ ਕਿ ਕੌਮ ਦੇ ਨਾਲ ਉਹਨਾਂ ਨੂੰ ਕਿੰਨਾ ਦਰਦ ਸੀ, ਉਹਨਾਂ ਨੇ ਕਿੰਨੀ ਸਿਆਣਪ ਵਰਤੀ ਕਿ ਇੱਥੇ ਕਚਹਿਰੀਆਂ ਦੇ ਨਾਲੋਂ ਆਪਾਂ ਵਰਲਡ ਦੀ ਕਚਹਿਰੀ ਦੇ ਵਿੱਚ ਜਾ ਕੇ ਹਿਊਮਨ ਰਾਈਟਸ ਪਾਰਲੀਮੈਂਟ ਕੈਨੇਡਾ ਦੀ ਵਿੱਚ ਆਣ ਕੇ ਉਹਨਾਂ ਨੇ ਖੁਲਾਸਾ ਕੀਤਾ ਕਿ ਇੰਨੇ ਹਜ਼ਾਰ ਜਿਹੜੇ ਲੋਕ ਲਵਾਰਸ ਜਿਹੜੇ ਆ ਸਾੜੇ ਗਏ ਉੱਥੇ ਦੀ ਗੌਰਮੈਂਟ ਦੇ ਨਾਲ, ਔਰ ਉਹਨਾਂ ਦੀ ਕੋਈ ਜਿਹੜੀ ਆ ਪੁੱਛ ਗਿੱਛ ਨਹੀਂ, ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦੱਸਿਆ ਗਿਆ ਲਾਸ਼ਾਂ ਦਾ ਅਜੇ ਤੱਕ। ਅਤੇ ਉਹ ਤੋਂ ਬਾਅਦ ਫਿਰ ਗੌਰਮੈਂਟ ਨੂੰ ਵੀ ਜਿਹੜਾ ਵਾ ਉਹ ਚੁਭਣ ਡਿਆ ਵੀ ਤੁਹਾਨੂੰ ਪਤਾ ਵਾ ਕਿ ਸਿਆਣੇ ਕਹਿੰਦੇ ਆ ਕਿ ਜਦੋਂ ਕੋਈ ਚੋਰ ਜਾਂ ਕੋਈ ਕਾਤਲ ਕਰਦਾ ਤਾਂ ਕੋਈ ਨਾ ਕੋਈ ਖੁਰਾ ਕੁਦਰਤ ਵੱਲੋਂ ਉੱਥੇ ਰਹਿ ਜਾਂਦਾ। ਇਹ ਖੁਰਾ ਸੀਗਾ, ਇੱਕ ਬੜਾ ਵੱਡੀ ਨਿਸ਼ਾਨੀ ਸੀ ਜਿਹੜਾ ਕਿ ਇੱਕ ਉਹ ਹਰ ਇੱਕ ਜਿੱਥੇ ਵੀ ਉਹ ਗਏ ਮੜੀਆਂ ਦੇ ਵਿੱਚ, ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਨੂੰ ਉਹਦਾ ਖੁਰਾ ਖੋਜ ਜਿਹੜਾ ਮਿਲ ਗਿਆ। ਅਤੇ ਉਹਨਾਂ ਨੇ ਫਿਰ ਪਾਰਲੀਮੈਂਟ ਦੇ ਵਿੱਚ ਸਪੀਚ ਦਿੱਤੀ। ਉਹਨਾਂ ਨੇ ਕਿਹਾ ਕਿ ਤੁਹਾਡੀ ਜਾਨ ਨੂੰ ਖਤਰਾ ਹੈ, ਪਰ ਪੰਜਾਬੀ ਜਿਹੜੇ ਹਨ ਉਹਨਾਂ ਨੂੰ ਆਪਣੀ ਜਾਨ ਨਾਲੋਂ ਆਪਣੇ ਦੇਸ਼ ਦੀ, ਆਪਣੀ ਕੌਮ ਦੇ ਨਾਲ ਜ਼ਿਆਦਾ ਪਿਆਰ ਹੈ। ਉਹਨਾਂ ਕਿਹਾ ਮੇਰੀ ਜਾਨ ਦੀ ਕੋਈ ਪਰਵਾਹ ਨਹੀਂ, ਮੈਂ ਇਹ ਜਿਹੜਾ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਕਰਨਾ ਹੈ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਫਿਰ ਉਹਨਾਂ ਜਾਨ ਦੀ ਪਰਵਾਹ ਨਾ ਕਰਦੇ ਹੋਏ ਫਿਰ ਉਹ ਪੰਜਾਬ ਦੇ ਵਿੱਚ ਗਏ ਅਤੇ ਅੱਗੇ ਬੀਡੀ ਦੱਸੂਗੀ ਅੱਗੇ ਕੀ ਵਾਪਰਿਆ। ਸੋ ਇਹਦੇ ਨਾਲ ਨਾਲ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਬੈਕਗਰਾਊਂਡ ਦੇ ਦਿੰਦੀ ਕਿ ਫਰਵਰੀ 1995 ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹ ਬਹੁਤ ਜਿਹੜੀ ਜ਼ੋਰ ਸ਼ੋਰ ਦੇ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। 1994 ਦੀ ਇੱਕ ਹੋਰ ਗੱਲ ਕਿ ਅਸੀਂ ਨਵੇਂ ਘਰ ਦੇ ਵਿੱਚ ਮੂਵ ਹੋਏ ਸੀ, ਤਾਂ ਉਦੋਂ ਨਵੇਂ ਘਰ ਦੀ ਜਿਹੜੀ ਇਨੋਗਰੇਸ਼ਨ ਹੋਈ ਸੀਗੀ, ਉਦੋਂ ਕੁਛ ਗੱਲਾਂ ਜਿਹੜਾ ਬੰਦਾ ਕਹਿ ਜਾਂਦਾ ਹੈ ਅਤੇ ਉਹ ਬਾਅਦ ਦੇ ਵਿੱਚ ਤੁਹਾਡੀ ਜਿਹੜਾ ਹਿਸਟਰੀ ਬਣ ਜਾਂਦੀ ਹੈ, ਜਾਂ ਉਹ ਬੰਦੇ ਦੀ ਵਿਲ ਜਾਂ ਉਸ ਬੰਦੇ ਦੀ ਦੂਰਦਰਸ਼ਤਾ ਜਿਹੜੀ ਉਹ ਦਿਖ ਜਾਂਦੀ ਹੈ। ਉਹਨਾਂ ਨੇ ਆਪਣੇ ਘਰ ਦੀ ਇਨੋਗਰੇਸ਼ਨ ਦੀ ਸਪੀਚ ਦੇ ਦੌਰਾਨ ਕਿਹਾ ਸੀਗਾ ਕਿ ਮੈਂ ਇੱਕ ਆਮ ਜਿਹੇ ਪਰਿਵਾਰ ਦੇ ਵਿੱਚੋਂ ਖਾਲੜੇ ਪਿੰਡ ਤੋਂ ਆਇਆ ਹੋਇਆ ਇੱਕ ਬੰਦਾ ਹਾਂ ਅਤੇ ਮੈਂ ਹਿਊਮਨ ਰਾਈਟਸ 'ਤੇ ਕੰਮ ਕਰਦਾ ਅਤੇ ਜੇ ਆਂਢੀ ਗਵਾਂਢੀਆਂ ਨੂੰ ਕਦੀ ਕੋਈ ਪੁਲਿਸ ਵਾਲਾ ਤੰਗ ਕਰੇ ਜਾਂ ਪੁੱਛੇ ਕਿ ਉਹ ਖਾਲੜੇ ਦਾ ਕਿਹੜਾ ਬੰਦਾ ਹੈ ਜਿਹੜਾ ਸਾਡੇ ਨਾਲ ਮੱਥਾ ਲਾ ਰਿਹਾ, ਤਾਂ ਤੁਸੀਂ ਉਹਨਾਂ ਨੂੰ ਕਿਰਪਾ ਕਰਕੇ ਸਾਡੇ ਘਰ ਦਾ ਪਤਾ ਜ਼ਰੂਰ ਦੱਸ ਦਿਓ, ਸਾਡੇ ਘਰ ਤੱਕ ਛੱਡ ਦਿਓ। ਸੋ ਇਹ ਗੱਲ ਉਹਨਾਂ ਨੂੰ 1994 ਫਰਵਰੀ ਦੇ ਵਿੱਚ ਹੀ ਦਿਖ ਰਹੀ ਸੀਗੀ ਕਿ ਪੁਲਿਸ ਵਾਲੇ ਮੈਨੂੰ ਲੱਭਣ ਆਉਣਗੇ, ਪੁਲਿਸ ਵਾਲੇ ਮੇਰੇ ਨਾਲ ਕੀ ਕਰ ਸਕਦੇ ਨੇ। ਸੋ ਇਹ ਗੱਲ 1.5 ਸਾਲ ਪਹਿਲਾਂ ਦੀ ਹੈ। ਪਰ 1995 ਫਰਵਰੀ ਦੇ ਵਿੱਚ ਜਿਹੜਾ ਜਦੋਂ ਇਹ ਸਾਰਾ ਕੁਝ ਕਾਫੀ ਤੇਜ਼ ਹੋ ਗਿਆ, ਉਸ ਵੇਲੇ ਬੇਅੰਤ ਸਿੰਘ ਜਿਹੜਾ ਉਹਦੀ ਸਰਕਾਰ ਸੀ, ਉਹ ਮੁੱਖ ਮੰਤਰੀ ਸੀ। KPS ਗਿੱਲ ਨੇ ਜਿਹੜਾ ਬਿਆਨ ਦਿੱਤਾ ਕਿ ਜਿਹੜੇ ਮੁੰਡਿਆਂ ਦੀ ਇਹ ਗੱਲ ਕਰ ਰਿਹਾ ਹਿਊਮਨ ਰਾਈਟਸ ਵਾਲੇ ਕਿ ਉਹ ਮਾਰ ਦਿੱਤੇ ਗਏ ਨੇ, ਉਹ ਮੁੰਡੇ ਅਸਲ ਵਿੱਚ ਯੂਰਪ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਅਤੇ ਇਹ ਹਿਊਮਨ ਰਾਈਟਸ ਵਾਲੇ ਜਿਹੜੇ ਆ ਇਹ ਝੂਠ ਬੋਲ ਰਹੇ ਨੇ ਅਤੇ ਇਹ ISI ਦੇ ਏਜੰਟ ਨੇ। ਤਾਂ ਇਹਦੇ ਜਵਾਬਦੇਹੀ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਉਹਨੂੰ ਓਪਨ ਚੈਲੰਜ ਦਿੱਤਾ KPS ਗਿੱਲ ਨੂੰ ਕਿ ਅਸੀਂ ਤੇਰੇ ਨਾਲ ਖੁੱਲ੍ਹੀ ਬਹਿਸ ਕਰਨ ਲਈ, ਡਿਬੇਟ ਕਰਨ ਲਈ ਤਿਆਰ ਹਾਂ। ਅਸੀਂ ਤੈਨੂੰ ਦੱਸਾਂਗੇ ਕਿ ਇਹ ਬੱਚੇ ਕਿੱਥੇ ਨੇ, ਕਿਹੜਾ ਘਰ ਦਾ ਹੀਰਾ ਤੂੰ ਕਿੱਥੇ ਸਾੜਿਆ ਹੈ, ਅਤੇ ਤੂੰ ਸਾਡੇ ਨਾਲ ਆ ਕੇ ਗੱਲ ਕਰ। ਉਹਨਾਂ ਪ੍ਰੈਸ ਕਾਨਫਰੰਸਾਂ ਦੇ ਦੌਰਾਨ ਹੀ ਇੱਕ ਬਿਆਨ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਨੂੰ ਇਹ ਤੱਕ ਧਮਕੀ ਮਿਲ ਚੁੱਕੀ ਹੈ ਕਿ ਤੂੰ 25,000 ਲਾਵਾਰਸ ਲਾਸ਼ਾਂ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ, ਤਾਂ ਸਾਨੂੰ 25,001 ਦਾ ਵੀ ਜਵਾਬ ਦੇਣਾ ਕੋਈ ਔਖਾ ਨਹੀਂ ਹੋਊਗਾ। ਸੋ ਉਸ ਵੇਲੇ ਕੁਛ MP ਜਿਹੜੇ ਲੋਕਲ ਸੀ, MLA ਜਾਂ ਕੁਛ ਹੋਰ ਲੋਕ ਜਿਹੜੇ ਪੰਜਾਬ ਪੁਲਿਸ ਦੇ ਲੋਕਾਂ ਨੂੰ ਜਾਣਦੇ ਸੀ, ਉਹਨਾਂ ਨੇ ਜਿਹੜੇ ਆਪ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਸੀ ਕਿ ਹੁਣ ਉਹਨਾਂ ਨੇ ਉੱਤੋਂ ਪਰਮਿਸ਼ਨ ਲੈ ਲਈ ਹੋਈ ਹੈ ਸਰਕਾਰ ਤੋਂ ਤੈਨੂੰ ਐਲੀਮੀਨੇਟ ਕਰਨ ਦੀ,
ਤੇ ਉਹ ਇਹ ਆਰਡਰ ਕਿਸੇ ਵੇਲੇ ਵੀ ਪੂਰਾ ਕਰ ਸਕਦੇ ਆ। ਸੋ ਜਸਵੰਤ ਸਿੰਘ ਖਾਲੜਾ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀਗਾ ਕਿ ਸ਼ਾਇਦ ਇਹ 25,000 ਲਾਵਾਰਸ ਲਾਸ਼ਾਂ ਨੂੰ ਪਛਾਣ ਦੇਣ ਲਈ ਉਹਨਾਂ ਨੂੰ ਹੀ ਇਹਨਾਂ 25,000 ਲਾਵਾਰਸ ਲਾਸ਼ਾਂ ਦਾ ਵਾਰਸ ਬਣਨਾ ਪਊਗਾ, ਤੇ ਨਹੀਂ ਤਾਂ ਜਿਹੜਾ ਹੈ ਕਿ ਉਹ 25,000 ਲਾਸ਼ਾਂ ਦਾ ਕੇਸ ਵੀ ਜਿਹੜਾ ਹੈ ਉਹਨਾਂ ਦੀ ਲਾਸ਼ ਵੀ ਉਹਨਾਂ ਵਾਂਗੂ ਹੀ ਲਾਵਾਰਸ ਜਿਹੜੀ ਹੈ ਉਹ ਕਹਿ ਕੇ ਉਹ ਖੁਰਦ-ਬੁਰਦ ਹੋ ਜਾਊਗੀ ਤੇ ਕੇਸ ਦਾ ਵੀ ਕੁਝ ਨਹੀਂ ਬਣੂਗਾ। ਸੋ ਪਿਆਰੇ ਦਰਸ਼ਕੋ, ਕਿ ਇੱਕ ਸਮੇਂ ਦੀ ਹਕੂਮਤ ਨੂੰ ਖੁੱਲ੍ਹਾ ਚੈਲੰਜ KPS ਗਿੱਲ ਨੂੰ, ਉਹ ਕਹਿੰਦਾ ਕਿ ਉਹ ਜਿਹੜੇ ਖਾਲੜਾ ਸਾਹਿਬ ਤੁਸੀਂ ਗੱਲ ਕਰ ਰਹੇ ਬੱਚਿਆਂ ਦੀ ਲਾਸ਼ਾਂ ਦੀ, ਉਹ ਕੋਈ ਲਾਸ਼ ਨਹੀਂ ਗੀ, ਉਹ 7 ਸਮੁੰਦਰਾਂ ਤੋਂ ਪਾਰ ਯੂਰਪ 'ਚ, ਕੈਨੇਡਾ, ਅਮਰੀਕਾ ਦੇ ਵਿੱਚ ਬੱਚੇ ਜਿਹੜੇ ਆ ਉਹ ਆਪਣੀਆਂ ਕਿਰਤ ਕਮਾਈਆਂ ਕਰ ਰਹੇ ਆ। ਔਰ ਖਾਲੜਾ ਸਾਹਿਬ ਦਾ ਖੁੱਲ੍ਹਾ ਚੈਲੰਜ ਕਿ ਸਾਡੇ ਨਾਲ ਡਿਬੇਟ ਕਰ, ਅਸੀਂ ਤੈਨੂੰ ਦੱਸਾਂਗੇ। ਫਿਰ ਕੀ ਸੀ ਕਿ ਚੋਰ ਨੂੰ ਆਪਣਾ ਹੀ ਪਾਲਾ, ਫਿਰ ਬੇਟਾ ਫਿਰ ਕੁਛ ਨਾ ਕੁਝ ਖਰੀਦੋ ਫਰੋਖਤ ਦੀ ਵੀ ਕੋਸ਼ਿਸ਼ ਕੀਤੀ ਗਈ ਗੌਰਮੈਂਟ ਦੀ ਕਿ ਇਹਨਾਂ ਨੂੰ ਖਰੀਦਿਆ ਜਾਵੇ ਜਾਂ ਇਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਇਹ ਨਾ ਕੰਮ ਕਰੋ। ਕੀ ਕਹਿਣਾ ਚਾਹੋਗੇ? ਹਾਂਜੀ, ਇਹ ਕੋਸ਼ਿਸ਼ਾਂ ਤਾਂ ਮੇਰਾ ਖਿਆਲ ਪਹਿਲੇ ਸਟੇਜ ਤੇ ਹੁੰਦੀਆਂ, ਕਿਉਂਕਿ ਜਸਵੰਤ ਸਿੰਘ ਖਾਲੜਾ ਉਹ ਸਾਰੀਆਂ ਸਟੇਜਾਂ ਤੋਂ ਉੱਤੇ ਪਹੁੰਚ ਚੁੱਕੇ ਸੀ। ਉਹਨਾਂ ਨੇ ਜਿਹੜਾ ਖੋਲ੍ਹ ਦਿੱਤੀ ਸੀ ਜਿਹੜੀ ਫਾਈਲ ਆ ਪੂਰੀ ਦੀ ਪੂਰੀ ਦੁਨੀਆ ਦੇ ਸਾਹਮਣੇ ਖੋਲ੍ਹ ਦਿੱਤੀ ਸੀਗੀ। ਸਾਰੇ ਥਾਵਾਂ ਤੇ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਇੰਟਰਨੈਸ਼ਨਲ ਲੈਵਲ ਤੇ UNO ਨੂੰ, ਹੋਰ ਵੀ ਇੰਟਰਨੈਸ਼ਨਲ ਹਿਊਮਨ ਰਾਈਟਸ ਫੋਰਮਸ ਨੂੰ। ਪਰ ਦੂਜੀ ਗੱਲ ਇਹ ਹੈ ਕਿ ਹੰਕਾਰੀ ਬਹੁਤ ਸੀ ਉਸ ਵੇਲੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ, ਤੇ ਉਹਨਾਂ ਨੇ ਉਸ ਹੰਕਾਰ ਦੇ ਵਿੱਚ ਸੋਚਿਆ ਕਿ ਜੇ ਇੱਥੇ ਅਸੀਂ ਇੰਨੇ ਖਪਾ ਦਿੱਤੇ ਉਸ ਵਿੱਚ ਇਸ ਬੰਦੇ ਦਾ ਵੀ ਕੁਝ ਪਤਾ ਨਹੀਂ ਲੱਗੂਗਾ। ਪਰ ਖੈਰ ਉਹਨਾਂ ਨੂੰ ਇਹ 25,000 ਇੱਕ ਲਾਸ਼ ਜਿਹੜੀ ਉਹੀ ਮਹਿੰਗੀ ਪਈ, ਕਿਉਂਕਿ ਇਸ ਲਾਸ਼ ਨੇ ਜਿਹੜਾ ਆ ਉਹ ਮੋਹਰ ਲਾ ਦਿੱਤੀ ਉਹਨਾਂ ਦੇ ਸਾਰੇ ਜ਼ੁਲਮਾਂ ਤੇ, ਉਹਨਾਂ ਦੇ ਸਾਰੇ ਜਿਹੜੇ ਕਾਰਨਾਮਿਆਂ ਕਰਤੂਤਾਂ ਤੇ। ਤੇ ਇਹ ਗੱਲ ਮੈਂ ਨਾਲ ਜੋੜਨਾ ਚਾਹਾਂਗੀ ਕਿ ਅਸੀਂ ਜਦੋਂ 25,000 ਲਾਵਾਰਸ ਲਾਸ਼ਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਨਾਂ ਲਾਸ਼ਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਸਾੜੀਆਂ ਗਈਆਂ। ਇਸ ਤੋਂ ਕਿਤੇ ਗੁਣਾ ਜ਼ਿਆਦਾ ਜਿਹੜੀਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਰੋੜੀਆਂ ਗਈਆਂ ਸੀ। ਸੋ ਉਹਨਾਂ ਦਾ ਹਿਸਾਬ ਅੱਜ ਤੱਕ ਸਿੱਖ ਕੌਮ ਜਿਹੜੀ ਆ ਉਹ ਨਹੀਂ ਲਾ ਸਕੀ। ਜਸਵੰਤ ਸਿੰਘ ਖਾਲੜਾ ਜਿਹੜੀ ਲਿਸਟ ਸਾਨੂੰ ਦੇ ਗਏ, ਉਹ ਲਿਸਟ ਅੱਜ ਤੱਕ CBI ਨੇ ਵੀ ਉਸੇ 'ਤੇ ਹੀ ਕੰਮ ਕੀਤਾ ਹੈ। 297 ਲਾਸ਼ਾਂ ਜਾਂ ਹੋਰ ਹਿਊਮਨ ਰਾਈਟਸ ਜਥੇਬੰਦੀਆਂ ਵੀ ਉਹਨਾਂ ਲਾਸ਼ਾਂ 'ਤੇ ਹੀ ਕੰਮ ਕਰ ਪਾ ਰਹੀ ਹੈ, ਪਰ ਜਿਹੜੀਆਂ ਦਰਿਆਵਾਂ 'ਚ ਰੋੜੀਆਂ ਗਈਆਂ ਉਹਨਾਂ ਦਾ ਤਾਂ ਕੋਈ ਰਿਕਾਰਡ ਹੀ ਸਾਡੇ ਕੋਲ ਹਜੇ ਤੱਕ ਨਹੀਂ। ਸੋ ਪਿਆਰੇ ਦਰਸ਼ਕੋ, 25,000 ਦਾ ਜਿਹੜਾ ਰਿਕਾਰਡ ਆ, ਔਰ ਜਿੰਨੀਆਂ ਦਰਿਆਵਾਂ ਦੇ ਵਿੱਚ ਜਿਹੜੀਆਂ ਸੁੱਟੀਆਂ ਗਈਆਂ, ਕਿਉਂਕਿ ਆਏ ਦਿਨ ਮੁਕਾਬਲੇ ਕਿ ਇੱਧਰੋਂ ਖਾੜਕੂ ਲੰਘੇ ਲੱਗਣਾ, ਇੱਦਾਂ ਜਿਹੜੀ ਆ ਉਹ ਮੁਕਾਬਲਾ ਹੋ ਗਿਆ। ਜੋ ਉਹ ਸਮਝ ਲਓ ਉਹਨਾਂ ਦਿਨਾਂ ਦੇ ਵਿੱਚ ਇੱਕ ਕਹਿਰ ਵਾਪਰਿਆ, ਕਿਉਂਕਿ ਦਾਸ ਵੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਪੰਜਾਬ ਦੀ ਧਰਤੀ 'ਤੇ ਸੀ, ਖਾਸ ਕਰ ਅੰਮ੍ਰਿਤਸਰ ਦੇ ਜੰਪਲ ਹੋਣ ਕਰਕੇ। ਅਸੀਂ ਵੇਖਿਆ ਕਿ ਉੱਥੇ ਜਦੋਂ ਬਲੂ ਸਟਾਰ ਵੀ ਹੋਇਆ ਤੇ ਆਰਮੀ ਜਿਹੜੀ ਆ ਉਹ ਕਿੱਦਾਂ ਪਿੰਡਾਂ ਦੇ ਵਿੱਚ ਮਾਰਚ ਕਰ ਰਹੀ ਸੀ। ਕਿਸੇ ਨੂੰ ਇਹ ਇਜਾਜ਼ਤ ਨਹੀਂ ਸੀ ਕਿ ਆਪਣੇ ਪਿੰਡ ਤੋਂ ਨਿਕਲ ਕੇ ਤੇ ਬਾਹਰ ਸ਼ਹਿਰ ਨੂੰ ਆਵੇ। ਜੇ ਕੋਈ ਆਉਂਦਾ ਸੀ ਤੇ ਉਹਨੂੰ ਚੁੱਕ ਲਿਆ ਜਾਂਦਾ ਸੀਗਾ। ਔਰ ਦੂਰ ਤਾਈਂ ਧਿਆਨ ਮਾਰੀਏ ਕਿ 5-5 ਮੀਲ ਤਾਈਂ ਜਿਹੜੀ ਇਨਫੈਂਟਰੀ ਆ ਉਹ ਘੁੰਮ ਰਹੀ ਸੀ ਇੱਕ ਦਹਿਸ਼ਤ ਪਾਉਣ ਵਾਸਤੇ। ਤੇ ਇੱਕ ਜਦੋਂ ਅੱਖਾਂ ਗਾੜੀ ਉਹ ਟਾਈਮ ਆਉਂਦਾ ਹੈ ਤੇ ਬੰਦੇ ਦਾ ਰੋਣ ਨਿਕਲ ਜਾਂਦਾ ਹੈ ਕਿ ਨੌਜਵਾਨ ਜਿਹੜੇ ਆ ਕਿੱਦਾਂ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ। ਤੇ ਜਿਸ ਤਰ੍ਹਾਂ ਬੇਟੀ ਨੇ ਦੱਸਿਆ ਕਿ 25,000 ਤੇ ਉਹ ਲਾਸ਼ਾਂ ਵਾਂ ਜਿਹੜੀਆਂ ਕਿ ਆਪਾਂ ਨੂੰ ਸ਼ਮਸ਼ਾਨ ਘਾਟ ਤੋਂ ਮਿਲੀਆਂ, ਉਦੋਂ ਵੱਧ ਕਿਤੇ ਅਜੇ ਵੀ ਉਹ ਮਾਵਾਂ, ਅਜੇ ਵੀ ਉਹ ਪਿਓ, ਤੁਸੀਂ ਪੰਜਾਬ ਵੇਖੋ ਜਿਨ੍ਹਾਂ ਦੇ ਪੁੱਤਾਂ ਦਾ ਕੋਈ ਥੇ ਪਤਾ ਨਹੀਂ ਲੱਗਣ ਡਿਆ, ਜੋ ਘਰੋਂ ਗਏ ਅਜੇ ਤੱਕ ਵਾਪਸ ਨਹੀਂ ਗਏ ਮੁੜੇ। ਤੇ ਹੋਰ ਬੇਟਾ ਜੀ ਫਿਰ ਅੱਗੇ ਜੋ ਕੁਛ ਹੋਇਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਦੋਂ ਫਿਰ ਪੁਲਿਸ ਜਦੋਂ ਘਰ ਆਈ ਤੇ ਉਹਨਾਂ ਨੂੰ ਜਦੋਂ ਚੁੱਕਿਆ ਗਿਆ 95 ਦੇ ਵਿੱਚ, ਉਦੋਂ ਤੁਹਾਡੀ ਉਮਰ ਮੇਰਾ ਖਿਆਲ 9-10 ਸਾਲ ਦੀ ਸੀ। ਤੇ ਤੁਸੀਂ ਉਦੋਂ ਕਿੱਥੇ ਸੀ ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਪੁਲਿਸ ਚੁੱਕਣ ਆਈ, ਜਾਂ ਪਹਿਲਾਂ ਵੀ ਆਏ 1-2 ਦਿਨ, ਜਾਂ ਫਿਰਦੇ ਸੀਗੇ, ਜਾਂ ਕਿੱਦਾਂ? ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਯੋਜਨਾਬੰਦੀ ਤਾਂ ਉਹਨਾਂ ਨੇ ਪੂਰਾ ਘੇਰਾ ਜਿਹੜਾ ਸਾਡਾ, ਅਸੀਂ ਘਰ ਜਿਹੜਾ ਸਾਡਾ ਉਹ ਕਬੀਰ ਪਾਰਕ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਹੈ। ਉਹਨਾਂ ਨੇ ਜਿਹੜਾ ਸਾਨੂੰ ਬਾਅਦ 'ਚ ਗੱਲਾਂ ਸਮਝ ਲੱਗਦੀਆਂ, ਕਿਉਂਕਿ ਉਹਨਾਂ ਦੌਰਾਨਾਂ ਦੇ ਵਿੱਚ ਪੁਲਿਸ ਹਰ ਵਕਤ ਹਰ ਪਾਸੇ ਹੀ ਹੁੰਦੀ ਸੀ, ਪਰ ਤੁਸੀਂ ਇੰਨਾ ਧਿਆਨ ਨਹੀਂ ਦਿੰਦੇ ਕਿ ਇਹ ਕਿਸ ਕਰਕੇ ਇੱਥੇ ਆਈ ਹੋਈ ਹੈ। ਪਰ ਹਫ਼ਤਾ 2 ਹਫ਼ਤਾ ਪਹਿਲਾਂ ਉਹਨਾਂ ਨੇ ਪੂਰਾ ਆਸ-ਪਾਸ ਜਿਹੜੀ ਉਹ CID ਜਾਂ ਪੁਲਿਸ ਜਿਹੜੀ ਆ ਘੇਰਾ ਪਾਈ ਰੱਖਿਆ ਸੀ। ਉਹਨਾਂ ਨੇ ਉਹ ਵਾਚ ਰਹੇ ਸੀ ਕਿ ਕੌਣ ਕਿਹੜੇ ਟਾਈਮ 'ਤੇ ਆਉਂਦਾ ਹੈ, ਕੌਣ ਕਿਹੜੇ ਟਾਈਮ 'ਤੇ ਜਾਂਦਾ ਹੈ। ਸੋ ਇਹ ਵੀਕਡੇ ਸੀ 6 ਸਤੰਬਰ 1995। 31 ਅਗਸਤ 1995 ਨੂੰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਉਹ ਸੋਧਿਆ ਗਿਆ ਬੇਅੰਤ ਸਿਉਂ।
ਤੇ ਉਸ ਤੋਂ ਕੁਝ ਦਿਨਾਂ ਬਾਅਦ 6 ਸਤੰਬਰ ਜਿਹੜਾ 6 ਦਿਨਾਂ ਬਾਅਦ ਹੀ ਜਿਹੜਾ ਹੈ ਮੇਰੇ ਮਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਲਾਇਬ੍ਰੇਰੀਅਨ ਦੇ ਤੌਰ ਤੇ ਜੌਬ ਕਰ ਰਹੇ ਸੀ। ਮੈਂ ਤੇ ਮੇਰਾ ਬ੍ਰਦਰ ਜਿਹੜਾ ਉਸ ਵੇਲੇ ਸਕੂਲ ਗਏ ਹੋਏ ਸੀ ਤੇ ਉਹਨਾਂ ਨੇ ਟਾਈਮ ਪੂਰਾ ਮੈਚ ਕੀਤਾ ਹੋਇਆ ਸੀ। ਜਦੋਂ ਮੇਰੇ ਮੰਮਾ ਯੂਨੀਵਰਸਿਟੀ ਆਪਦੀ ਜੌਬ ਲਈ ਨਿਕਲੇ ਨੇ ਤੇ ਉਹਨਾਂ ਨੇ ਪੁਲਿਸ ਜਿਹੜੀ ਆ ਉਹ ਥਾਂ ਥਾਂ ਤੇ ਖੜੀ ਦੇਖੀ ਹੈ। ਸਾਡੇ ਘਰ ਤੋਂ ਜਿਹੜੀ ਯੂਨੀਵਰਸਿਟੀ ਆ ਉਹ 5 ਮਿੰਟ ਦਾ ਰਾਸਤਾ ਹੈ। ਸੋ ਉਸ ਰਾਸਤੇ ਦੇ ਦੌਰਾਨ ਮੰਮੀ ਨੇ ਪੁਲਿਸ ਨੂੰ ਨੋਟ ਕੀਤਾ ਹੈ, ਪਰ ਉਹਨਾਂ ਨੇ ਤੇਜ਼ੀ ਦੇ ਵਿੱਚ ਕੰਮ ਤੇ ਜਾਣ ਦੀ ਤੇਜ਼ੀ ਦੇ ਵਿੱਚ ਜਿਹੜਾ ਹੈ ਉਹ ਇੰਨਾ ਧਿਆਨ ਨਹੀਂ ਦਿੱਤਾ ਕਿ ਇਹ ਕੀ ਕਰ ਰਹੇ ਨੇ ਪੁਲਿਸ ਵਾਲੇ, ਜਾਂ ਤੁਸੀਂ ਦੇ ਵੀ ਨਹੀਂ ਸਕਦੇ ਜਦੋਂ ਉੱਥੇ ਖੜੇ ਹੁੰਦੇ ਆ। ਪਰ ਕੁਝ ਪੁਲਿਸ ਵਾਲਿਆਂ ਨੇ ਉਹਨਾਂ ਵੱਲ ਬਹੁਤ ਘੂਰ ਕੇ ਦੇਖਿਆ ਤੇ 15 ਮਿੰਟਾਂ ਬਾਅਦ ਹੀ, ਸੋ ਮੇਰੇ ਫਾਦਰ ਸਾਹਿਬ ਨੇ ਉਸ ਦਿਨ ਵੀ 6 ਸਤੰਬਰ ਨੂੰ ਇੱਕ ਇੰਡੀਅਨ ਟ੍ਰਿਬਿਊਨ ਦੇ ਨਾਲ ਇੰਡੀਅਨ ਐਕਸਪ੍ਰੈਸ ਦੇ ਨਾਲ ਜਿਹੜਾ ਹੈ ਇੱਕ ਪ੍ਰੈਸ ਕਾਨਫਰੰਸ ਲਈ ਜਾਣਾ ਸੀ ਤੇ ਉਹਨਾਂ ਨੇ ਗੱਡੀ ਧੋਣੀ ਸ਼ੁਰੂ ਕਰ ਦਿੱਤੀ ਜਿਹੜੀ ਮੇਨ ਗੇਟ ਦੇ ਸਾਹਮਣੇ, ਜਦੋਂ ਮੰਮੀ ਨੇ ਜਾਣਾ ਸੀ 9 ਵਜੇ। ਤੇ 9:15 9:30 ਦੇ ਵਿੱਚ ਜਿਹੜਾ ਪੰਜਾਬ ਪੁਲਿਸ ਵਰਦੀ ਦੇ ਵਿੱਚ ਆ ਕੇ ਜਿਹੜੀ ਆ ਉਹਨਾਂ ਨੂੰ ਉੱਥੋਂ ਘਰ ਦੇ ਗੇਟ ਦੇ ਮੂਹਰੋਂ ਹੀ ਅਗਵਾ ਕਰਕੇ ਲੈ ਗਈ। ਤੇ 15 ਮਿੰਟਾਂ ਦੇ ਵਿੱਚ ਉਸ ਟਾਈਮ ਤੇ ਇੱਕ ਉਹਨਾਂ ਦਾ ਜਿਹੜਾ ਸਾਥੀ ਸੀ ਜਿਹਨੇ ਨਾਲ ਜਾਣਾ ਸੀ ਪ੍ਰੈਸ ਕਾਨਫਰੰਸ ਦੇ, ਉਹ ਘਰ ਦੇ ਅੰਦਰ ਬੈਠਾ ਹੋਇਆ ਸੀ ਤੇ ਰੌਲਾ ਸੁਣ ਕੇ ਉਹ ਥੋੜਾ ਜਿਹਾ ਬਾਹਰ ਆਇਆ ਤੇ ਉਦੋਂ ਤੱਕ ਪਰ ਪੰਜਾਬ ਪੁਲਿਸ ਜਿਹੜੀ ਉਹਨਾਂ ਨੂੰ ਲੈ ਕੇ ਜਾ ਚੁੱਕੀ ਸੀ। ਉਹਨੇ ਫੋਨ ਕੀਤਾ ਲਾਇਬ੍ਰੇਰੀ ਮੰਮੀ ਨੂੰ ਤੇ ਕੰਮ ਤੋਂ ਬਾਹਰ ਵਾਪਸ ਬੁਲਾਇਆ ਤੇ ਆਈ ਥਿੰਕ 9:30 10 ਵਜੇ ਤੱਕ ਜਿਹੜਾ ਉਹ ਸਾਰੇ ਪਾਸੇ ਰੌਲਾ ਪੈ ਚੁੱਕਿਆ ਸੀ ਕਿ ਜਸਵੰਤ ਸਿੰਘ ਨੂੰ ਪੁਲਿਸ ਚੁੱਕ ਕੇ ਲੈ ਗਈ। ਤੇ ਬੇਟਾ ਜਦੋਂ ਉੱਥੇ ਚੁੱਕਿਆ, ਜਦੋਂ ਤੁਹਾਡੇ ਡੈਡੀ ਗੱਡੀ ਧੋ ਰਹੇ ਸੀ, ਤੁਹਾਡੀ ਏਜ ਉਦੋਂ 10 ਸਾਲ ਦੀ ਸੀ, ਤੁਸੀਂ ਸਕੂਲ ਜਾ ਰਹੇ ਸੀ, ਤੁਹਾਡੇ ਮੰਮਾ ਵੀ ਆਪਣੀ ਜੌਬ 'ਤੇ ਜਾ ਰਹੇ ਸੀ, ਤੇ ਉਦੋਂ ਲਾਗੇ ਗਵਾਂਢੀਆਂ ਨਾ ਵੇਖਿਆ ਜਾਂ ਕਿਸੇ ਹੋਰ ਕਿਸੇ ਬੰਦੇ ਨੇ ਨਾ ਵੇਖਿਆ ਵੀ ਉਹਨਾਂ ਨੂੰ ਚੁੱਕ ਰਿਹਾ ਜਾਂ ਉਹਨਾਂ ਜਾਂ ਤੁਹਾਡੇ ਡੈਡੀ ਦਾ ਕੀ ਉਦੋਂ ਉਹਨਾਂ ਨਾਲ ਕੋਈ ਆਪੇ ਬੈਠ ਕੇ ਜਾਂ ਥੋੜ੍ਹਾ ਜਿਹਾ ਖਿੱਚੋ ਧੂਈ ਵੀ ਹੋਈ ਕਿ ਮੈਂ ਨਹੀਂ ਜਾਣਾ ਜਾਂ ਵਾਰੰਟ ਦਿਖਾ ਲਓ, ਕੋਈ ਇਹੋ ਜਿਹੀ ਗੱਲਬਾਤ ਵੀ ਤੁਹਾਨੂੰ ਸੁਣੀ? ਹਾਂਜੀ, ਜਿਹੜਾ ਇੱਕ ਬੰਦਾ ਉਹਨਾਂ ਦੇ ਨਾਲ ਉਹਨੇ ਜਾਣਾ ਸੀ ਪ੍ਰੈਸ ਕਾਨਫਰੰਸ ਤੇ ਉਸ ਵੇਲੇ ਘਰ ਦੇ ਅੰਦਰ ਸੀ, ਉਹਨੇ ਸਾਰਾ ਕੁਝ ਜਿਹੜਾ ਦਰਵਾਜ਼ੇ ਦੇ ਪਿੱਛੋਂ ਅੰਦਰ ਡਰਾਇੰਗ ਰੂਮ ਜਿਹੜਾ ਹੁੰਦਾ ਉੱਥੋਂ ਦੇਖਿਆ। ਪਰ ਜਦੋਂ ਤੱਕ ਉਹ ਬਾਹਰ ਆਉਂਦਾ ਉਦੋਂ ਤੱਕ ਉਹ ਪੁਲਿਸ ਵਾਲੇ ਜਿਵੇਂ ਉਹ ਚੱਕਣ ਹੀ ਆਏ ਸੀ, ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਇੱਕ ਪੇਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਮੇਰੇ ਫਾਦਰ ਸਾਹਿਬ ਨੂੰ, ਜਿਹਦੇ ਕਰਕੇ ਉਹ ਥੋੜ੍ਹਾ ਜਿਹਾ ਆਪਦੀ ਕਾਰ ਛੱਡ ਕੇ ਉਹਨਾਂ ਦੀ ਵੈਨ ਵੱਲ ਨੂੰ ਅੱਗੇ ਵਧੇ। ਉਹ ਲੱਗਾ ਕਿ ਸ਼ਾਇਦ ਕੋਈ ਐਡਰੈਸ ਪੁੱਛ ਰਹੇ ਨੇ ਤਾਂ ਉਹਨਾਂ ਨੇ ਧੱਕਾ ਮਾਰ ਕੇ ਜਿਹੜਾ ਆ ਉਹ ਵੈਨ ਦੇ ਵਿੱਚ ਉਹਨਾਂ ਨੂੰ ਸੁੱਟ ਲਿਆ। ਉਸ ਵੇਲੇ ਕਿਉਂਕਿ 9:15 ਦਾ ਟਾਈਮ ਸੀ, ਮੋਸਟਲੀ ਲੋਕ ਆਪਦੇ ਕੰਮਾਂ ਕਾਰਾਂ ਨੂੰ ਨਿਕਲ ਚੁੱਕੇ ਸੀਗੇ ਕਿਉਂਕਿ 9 ਵਜੇ ਤੱਕ ਸਾਰਿਆਂ ਦੇ ਕੰਮ ਸ਼ੁਰੂ ਹੋ ਜਾਂਦੇ, ਸਕੂਲ ਤਾਂ ਬੱਚੇ 6-7 ਵਜੇ ਹੀ ਚਲੇ ਜਾਂਦੇ ਆ। ਸੋ ਉਹਨਾਂ ਨੇ ਵੀ ਟਾਈਮ ਪੂਰਾ ਮਿਥਿਆ ਸੀ, ਸਹੀ ਚੁਣਿਆ ਸੀ ਕਿ ਕਿਹੜਾ ਟਾਈਮ ਜਿਹੜਾ ਆ ਉਹ ਘੱਟ ਜਿਹੜਾ ਸੀਨ ਕ੍ਰੀਏਟ ਘੱਟ ਹੋਵੇ ਉਸ ਦੌਰਾਨ। ਪਰ ਜਦੋਂ ਵੈਨ ਲਿਜਾ ਰਹੇ ਸੀ ਤਾਂ ਮੋੜ ਦੇ ਉੱਤੇ ਇੱਕ ਹੋਰ ਸਾਡੇ ਗਵਾਂਢੀ ਸੀ ਜਿਹੜੇ ਉਹ ਆਪਦੇ ਕੋਈ ਘਰ ਦੇ ਕੰਮ ਕਰ ਰਹੇ ਸੀ, ਉਹਨਾਂ ਨੇ ਉਹ ਵੈਨ ਨੂੰ ਜਾਂਦਿਆਂ ਦੇਖਿਆ ਤੇ ਅੰਦਰ ਜਿਵੇਂ ਮੇਰੇ ਫਾਦਰ ਸਾਹਿਬ ਜਿਹੜਾ ਉਹ ਰੌਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਬਾਰੀਆਂ ਬੰਦ ਹੋਣ ਕਰਕੇ ਕੁਛ ਹੋ ਨਹੀਂ ਸੀ ਰਿਹਾ। ਸੋ ਉਹ ਵੀ ਸਾਡੇ ਗਵਾਹ ਰਹੇ ਨੇ ਤੇ 2-3 ਜਾਣੇ ਕੇਸ ਜਿਵੇਂ 2-3 ਜਾਣਿਆਂ ਨੇ ਜਿਹੜੀ ਅਗਵਾ ਕਰਦਿਆਂ ਦੀ ਜਿਹੜੀ ਗਵਾਹੀ ਹੈ ਉਹ ਦਿੱਤੀ ਹੈ। ਤੇ ਬੇਟਾ ਜਦੋਂ ਡੈਡੀ ਨੂੰ ਲੈ ਗਏ ਤੇ ਮੁੜ ਕੇ ਪਿੱਛੋਂ ਭੱਜ ਨੱਠ ਕੀਤੀ ਤੇ ਪੁਲਿਸ ਕੀ ਕਹਿੰਦੀ ਰਹੀ ਤੇ ਕਿੰਨੇ ਦਿਨ ਮੁੜ ਕੇ ਇਹ ਜਿਹੜੀ ਆ ਇਹ ਪੁਲਿਸ ਦੀ ਜਿਹੜੀ ਆ ਲੁਕਣ ਮੀਟੀ ਚੱਲਦੀ ਰਹੀ? ਜੀ 6 ਸਤੰਬਰ ਨੂੰ ਹੀ ਉਸੇ ਦਿਨ ਹੀ ਮੇਰੇ ਮਦਰ ਜਿਹੜੇ ਆ ਉਹ ਉੱਥੋਂ ਦੀ ਲੋਕਲ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੇ FIR ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਵੀ ਪੰਜਾਬ ਪੁਲਿਸ ਦਾ ਨਾਲ ਕੰਮ ਕਰਨਾ ਜਾਂ ਉਹਨਾਂ ਦੇ ਨਾਲ ਕੋਈ ਵੀ ਗੱਲ ਕਰਨੀ ਬਹੁਤ ਔਖੀ ਸੀ। ਉਹ ਇਹ ਚੀਜ਼ ਨੂੰ ਲਿਖਣ ਲਈ ਤਿਆਰ ਨਹੀਂ ਸੀ ਕਿ ਪੰਜਾਬ ਪੁਲਿਸ ਬੰਦਾ ਲੈ ਕੇ ਗਈ ਹੈ। ਉਸ ਵੇਲੇ ਦਾ ਜਿਹੜਾ DR ਭੱਟੀ ਜਿਹੜਾ ਸੀਗਾ DIG ਸੀ, ਉਹਨੇ ਕਿਹਾ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਸਾਡੇ ਇਲਾਕੇ 'ਚੋਂ ਕੋਈ ਅਜੀਤ ਸਿੰਘ ਸੰਧੂ ਜਾਂ ਕੋਈ ਹੋਰ ਬੰਦਾ ਆ ਕੇ ਸਾਡੇ ਇਲਾਕੇ 'ਚੋਂ ਕੋਈ ਕਿਸੇ ਨੂੰ ਲੈ ਜਾਵੇ। ਪਰ ਖੈਰ 9 ਸਤੰਬਰ 1995 3 ਦਿਨਾਂ ਬਾਅਦ ਹੀ ਜਿਹੜਾ ਆ ਮੇਰੇ ਮਦਰ ਤੇ ਹੋਰ ਜਿਹੜੇ ਹਿਊਮਨ ਰਾਈਟਸ ਦੇ ਕਾਰਕੁਨ ਸੀਗੇ, ਇਹ ਸਾਰੇ ਜਿਹੜੇ ਸੁਪਰੀਮ ਕੋਰਟ 'ਚ ਸਿੱਧਾ ਸੁਪਰੀਮ ਕੋਰਟ ਗਏ ਸੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਨਹੀਂ ਗਏ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਉਹ ਰਿਟ ਫਾਈਲ ਕੀਤੀ। ਤੇ ਇਹ ਕਹਿ ਲਓ ਕਿਸਮਤ ਦੀ ਗੱਲ ਹੈ, ਪਰਮਾਤਮਾ ਨੇ ਜਿਹੜੀ ਵਿਧ ਬਣਾਉਣੀ ਸੀਗੀ ਕਿ ਉਹ ਕੇਸ ਸਿੱਧਾ ਕੁਲਦੀਪ ਸਿੰਘ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀ ਉਹਨਾਂ ਦੇ ਬੈਂਚ ਨੂੰ ਲੱਗਾ। ਜਸਟਿਸ ਕੁਲਦੀਪ ਸਿੰਘ ਲੱਕੀਲੀ ਜਿਹੜੇ ਆ ਕੁਛ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ ਕਿਸੇ ਕਾਨਫਰੰਸ 'ਚ ਆਏ ਸੀ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਕਾਨਫਰੰਸ 'ਚ ਮਿਲੇ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤੁਹਾਡੇ ਨਾਲ ਆਹ ਪੰਜਾਬ ਦੇ ਕੇਸਾਂ ਬਾਰੇ ਗੱਲ ਕਰਨਾ ਚਾਹੁੰਦਾ। ਤਾਂ ਉਦੋਂ ਜਸਟਿਸ ਕੁਲਦੀਪ ਸਿੰਘ ਨੇ ਕਿਹਾ ਸੀਗਾ ਕਿ ਮੈਂ ਇੱਥੇ ਕੁਛ ਨਹੀਂ ਕਰ ਸਕਦਾ, ਤੂੰ ਸੁਪਰੀਮ ਕੋਰਟ ਆ।
ਤੇ ਉਹ ਜਦੋਂ ਖੈਰ ਖਾਲੜਾ ਸਾਹਿਬ ਸੁਪਰੀਮ ਕੋਰਟ ਜਾ ਨਹੀਂ ਸਕੇ, ਪਰ ਜਦੋਂ ਕੇਸ ਉਹਨਾਂ ਦੇ ਕੋਲ ਗਿਆ ਤਾਂ ਉਹਨਾਂ ਨੂੰ ਇਸ ਗੱਲ ਦੀ ਬਹੁਤ ਸ਼ੌਕ ਲੱਗਾ ਕਿ ਇਹ ਤਾਂ ਉਹੀ ਬੰਦਾ ਹੈ ਜਿਹੜਾ ਮੈਨੂੰ ਯੂਨੀਵਰਸਿਟੀ 'ਚ ਮਿਲਿਆ ਸੀ ਤੇ ਉਹ ਇਹਨਾਂ ਕੇਸਾਂ ਦੀ ਗੱਲ ਕਰ ਰਿਹਾ ਸੀ। ਸੋ 9 ਸਤੰਬਰ ਨੂੰ ਪਰਮਜੀਤ ਕੌਰ ਖਾਲੜਾ ਨੇ, ਮੇਰੇ ਮੰਮੀ ਨੇ, ਇੱਕ ਕੇਸ ਜਿਹੜਾ ਆ ਉਹ ਜਸਵੰਤ ਸਿੰਘ ਖਾਲੜਾ ਅਬਡਕਸ਼ਨ ਕੇਸ, ਤੇ ਨਾਲ ਦੀ ਨਾਲ ਉਸ ਬੰਦੇ ਨੂੰ ਅਬਡਕਟ ਕਿਉਂ ਕੀਤਾ ਗਿਆ ਉਹ ਕੇਸ ਜਿਹੜਾ 2097 ਦੀਆਂ ਲਾਸ਼ਾਂ ਦਾ ਕੇਸ ਹੈ, 2 ਕੇਸ ਫਾਈਲ ਕੀਤੇ। ਇਹਦੇ ਵਿੱਚ ਹੋਰ ਵੀ ਪਟੀਸ਼ਨਰ ਇਕੱਠੇ ਬਣੇ, ਪਰ ਜਿਹੜਾ ਮੇਨ ਪਟੀਸ਼ਨ ਸੀਗੀ ਜਸਵੰਤ ਸਿੰਘ ਖਾਲੜਾ ਦੇ ਕੇਸ ਦੀ, ਉਹ 9 ਸਤੰਬਰ ਤੋਂ ਸੁਪਰੀਮ ਕੋਰਟ 'ਚ ਸ਼ੁਰੂ ਹੋ ਗਈ। ਉਸ ਤੋਂ ਬਾਅਦ ਇਹ ਕੇਸ ਜਿਹੜਾ ਪੰਜਾਬ ਪੁਲਿਸ ਨੇ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ। ਤਰਾਸਦੀ ਇਹ ਸੀ ਕਿ ਪੰਜਾਬ ਪੁਲਿਸ ਦੇ ਖਿਲਾਫ ਇਨਵੈਸਟੀਗੇਟ ਕਰ ਰਹੀ ਸੀ, ਪਰ ਕੁਛ ਮਹੀਨਿਆਂ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਐਡਵੋਕੇਟ ਸੀਗਾ ਜਰਨਲ, ਉਹਨੇ ਸੁਪਰੀਮ ਕੋਰਟ ਦੇ ਵਿੱਚ ਹੱਥ ਖੜੇ ਕਰ ਦਿੱਤੇ ਕਿ ਸਾਨੂੰ ਬੰਦਾ ਨਹੀਂ ਲੱਭਦਾ ਤੇ ਹੁਣ ਤੁਸੀਂ ਇਹ ਇਨਕੁਆਇਰੀ CBI ਨੂੰ ਦੇ ਦਿਓ। ਸੋ ਅਰਲੀ 96 ਦੇ ਵਿੱਚ ਜਿਹੜਾ ਆ ਉਹ CBI ਦੇ ਕੋਲ ਜਸਵੰਤ ਸਿੰਘ ਖਾਲੜਾ ਅਬਡਕਸ਼ਨ ਕੇਸ ਤੇ ਨਾਲ ਦੀ ਨਾਲ ਜਿਹੜਾ ਆ ਪੰਜਾਬ ਦੇ ਵਿੱਚ ਲਾਵਾਰਸ ਲਾਸ਼ਾਂ ਦਾ ਜਿਹੜਾ ਕੇਸ ਆ ਉਹ ਵੀ ਜਿਹੜਾ NHRC ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਤੇ ਪਲੱਸ CBI ਨੂੰ ਚਲਾ ਗਿਆ। ਉਹ ਕੇਸ ਜਿਹੜਾ ਆ ਆਲਮੋਸਟ 10 ਸਾਲ ਜਿਹੜੇ ਆ ਉਹਨੂੰ ਲੱਗੇ। 2005 ਦੇ ਵਿੱਚ ਜਿਹੜੀਆਂ ਆ ਨਾ ਉਹ 2005 ਦੇ ਵਿੱਚ CBI ਕੋਰਟ ਜਿਹੜੀ ਪਟਿਆਲਾ ਦੇ ਵਿੱਚ ਕੀਤੀ ਗਈ, ਉਹਦੀ ਸੁਣਵਾਈ ਹੋਈ। ਇੰਡੀਆ ਦੇ ਵਿੱਚ ਜਿਹੜੀਆਂ ਤਰੀਕਾਂ ਭੁਗਤਣੀਆਂ ਜਾਂ ਉੱਥੋਂ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਚੱਲਣਾ, ਉਹ ਜਿਹੜੀ ਤੁਹਾਨੂੰ ਕਹਿ ਲਓ ਵੀ ਇੱਕ ਸਟਰਗਲ ਹੈ, ਸੰਘਰਸ਼ ਆ, ਉਹ ਵੱਖਰਾ ਹੈ, ਕਿਉਂਕਿ ਗਵਾਹੀਆਂ ਕਿਵੇਂ ਕਰੋੜੀਆਂ, ਉਹ ਗਵਾਹਾਂ 'ਤੇ ਕੀ ਦਬਾਅ ਪਾਉਂਦੇ ਰਹੇ, ਉਹ ਗਵਾਹਾਂ ਨੂੰ ਕਿਵੇਂ ਮੁਕਰਾਉਂਦੇ ਰਹੇ, ਕੁਛ ਗਵਾਹ ਖਰੀਦੇ ਗਏ, ਕੁਛ ਗਵਾਹ ਜਿਹੜੇ ਆ ਉਹ ਏਜੰਸੀਆਂ ਦੇ ਹੱਥ ਚੜ੍ਹ ਗਏ। ਸੋ ਇਹ ਸਾਰਾ ਕੁਛ ਜਿਹੜਾ ਆ ਇਹ ਖਾਲੜਾ ਕੇਸ ਦੇ ਵਿੱਚ ਹੋਇਆ। ਇਹ ਹੋਰ ਵੀ ਕਈ ਕੇਸਾਂ ਦੇ ਵਿੱਚ ਹੁੰਦਾ ਹੈ, ਕੋਈ ਡਿਫਰੈਂਟ ਚੀਜ਼ ਨਹੀਂ ਹੋਈ, ਪਰ ਕਹਿ ਲਓ ਕਿ ਅਸੀਂ ਵਾਹਿਗੁਰੂ ਦਾ ਜਾਂ ਸ਼ਹੀਦਾਂ ਦਾ ਪਹਿਰਾ ਜਿਹੜਾ ਸਾਡੇ 'ਤੇ ਹਮੇਸ਼ਾ ਰਿਹਾ ਹੈ ਕਿ ਸਾਡੇ ਕੇਸ ਨੂੰ ਹਮੇਸ਼ਾ ਕੁਛ ਸਾਡੇ ਆਲੇ ਦੁਆਲੇ ਕੁਛ ਚੰਗੇ ਲੋਕਾਂ ਦਾ ਘੇਰਾ, ਜਿਹੜਾ ਜਸਵੰਤ ਸਿੰਘ ਖਾਲੜਾ ਦੇ ਕੁਛ ਦੋਸਤ ਸੀਗੇ ਜਿਹੜੇ ਉਹਨਾਂ ਦੇ ਨਾਲ ਪਹਿਲਾਂ ਵੀ ਸੰਘਰਸ਼ 'ਚ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਚੱਕੇ ਜਾਣ ਤੋਂ ਬਾਅਦ ਵੀ ਆਪਦੀ ਜਾਨ, ਆਪਦੇ ਮਾਲ ਦਾ ਨਾ ਪਰਵਾਹ ਕਰਦੇ ਹੋਏ ਵੀ ਉਹ ਕੇਸਾਂ 'ਤੇ ਜਾਂਦੇ ਰਹੇ। ਉਸ ਤੋਂ ਬਾਅਦ ਜਿਹੜੇ ਕੁਛ ਸਾਡੇ ਵਕੀਲ ਸੀ, ਰਾਜਵਿੰਦਰ ਸਿੰਘ ਬੈਂਸ, ਉਹਨਾਂ ਨੇ ਵੀ ਜਿਹੜੀ ਆ ਉਹ ਪੂਰੀ ਸਪੋਰਟ ਦਿੱਤੀ। ਉਹ ਹਾਈ ਕੋਰਟ ਦੇ ਵਕੀਲ ਹੋਣ ਦੇ ਬਾਵਜੂਦ ਵੀ ਸੈਸ਼ਨ ਕੋਰਟਾਂ ਦੀਆਂ ਤਰੀਕਾਂ 'ਤੇ ਵੀ ਆਉਂਦੇ ਰਹੇ ਤੇ ਅਸੀਂ 2005 ਦੇ ਵਿੱਚ ਕੇਸ ਨੂੰ ਕਲੋਜ਼ ਕਰਾ ਸਕੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗਵਾਹਾਂ ਦੀ ਕੋਈ ਜਿਹੜੀ ਵਿਕਣ ਦਾ ਕੁਛ, ਸਾਡਾ ਇੱਕ ਮੇਨ ਗਵਾਹ ਸੀਗਾ, ਉਹਨੂੰ ਪੰਜਾਬ ਪੁਲਿਸ ਨੇ ਜਿਹੜਾ ਖਰੀਦ ਲਿਆ ਸੀ ਉਸ ਵੇਲੇ, ਤੇ ਉਹਦੇ ਕਰਕੇ 1-2 ਬੰਦੇ ਜਿਹੜੇ ਆ ਉਹ ਛਡਾਉਣ ਦੇ ਵਿੱਚ ਉਸ 'ਚ ਕਾਮਯਾਬ ਹੋ ਗਏ। ਪਰ ਜਿਹੜੇ ਬਾਕੀ ਜਾਣਿਆਂ ਨੂੰ 7-7 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਈ। ਪਰ ਫਿਰ ਇਹ ਕੇਸ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਭੇਜਿਆ ਗਿਆ। ਹਾਈ ਕੋਰਟ ਦੇ ਵਿੱਚ ਜਿਹੜੇ ਜੱਜ ਸੀ ਮਹਿਤਾਬ ਸਿੰਘ ਗਿੱਲ, ਉਹਨਾਂ ਨੇ ਜਿੰਨੇ ਵੀ ਬਾਕੀ ਦੇ ਪੁਲਿਸ ਵਾਲੇ ਸੀ ਉਹਨਾਂ ਨੂੰ 7 ਸਾਲ ਦੀ ਉਮਰ ਵਧਾ ਕੇ ਜਿਹੜੀ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਸੀਗੀ। ਤੇ ਫਿਰ ਉਸ ਤੋਂ ਬਾਅਦ ਇਹ ਕੇਸ ਜਿਹੜਾ ਇਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫਾਈਨਲ ਹੋਇਆ, ਜਦ ਉਹਨਾਂ ਨੇ ਜਿਹੜੀ ਹਾਈ ਕੋਰਟ ਦੀ ਵਰਡਿਕਟ ਸੀਗੀ ਉਹ ਪੂਰੀ ਰੱਖੀ ਕਿ ਜਿਹੜੇ ਵੀ ਪੁਲਿਸ ਵਾਲੇ ਆ ਉਹ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇ। ਇਹਦੇ ਦੌਰਾਨ ਹੀ ਅਸੀਂ ਕੇਸ ਫਾਈਲ ਕੀਤਾ ਸੀਗਾ KPS ਗਿੱਲ ਨੂੰ ਇਨਵੋਲਵ ਕਰਨ ਦਾ, ਕਿਉਂਕਿ ਜਿਹੜਾ ਮੇਨ ਗਵਾਹ ਸੀ ਸਾਡਾ ਕੁਲਦੀਪ ਸਿੰਘ ਬਚੜਾ, ਜਿਹਨੇ ਕਤਲ ਦੀ ਜਿਹੜੀ ਗਵਾਹੀ ਦਿੱਤੀ ਸੀਗੀ, ਉਹ ਇੱਕ SPO ਸੀਗਾ ਤੇ ਉਹਨੇ ਉਸ ਵੇਲੇ ਇੰਚਾਰਜ ਸੀਗਾ ਜਸਵੰਤ ਸਿੰਘ ਖਾਲੜਾ ਦੀ ਦੇਖ ਰੇਖ ਕਰਨ ਦਾ ਜਾਂ ਰੋਟੀ ਪਾਣੀ ਖਵਾਉਣ ਦਾ, ਤੇ ਉਹ ਬੰਦੇ ਦੀ ਗਵਾਹੀ ਦੇ ਵਿੱਚ ਇਹ ਸਾਫ਼ ਆ ਰਿਹਾ ਸੀ ਕਿ KPS ਗਿੱਲ ਦੇ ਹੁਕਮਾਂ 'ਤੇ ਹੀ ਸਾਰਾ ਕੁਛ ਹੋਇਆ ਹੈ। ਪਰ CBI ਜਿਹੜੀ ਹੈ ਉਹ ਜਾਂ ਉੱਥੋਂ ਦੀ ਸਰਕਾਰ ਜਿਹੜੀ ਹੈ ਉਹ ਇੱਕ DGP ਪੰਜਾਬ ਨੂੰ ਉਹ ਹਮੇਸ਼ਾ ਬਚਾਉਣਾ ਚਾਹੁੰਦੀ ਸੀ। ਸੋ CBI ਨੇ ਜੋ KPS ਗਿੱਲ ਨੂੰ ਸਾਈਡ 'ਤੇ ਰੱਖਣ ਦੀ ਆਪਦੀ ਜਿਹੜੀ ਪੂਰੀ ਕੋਸ਼ਿਸ਼ ਰੱਖੀ। ਪਰ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਇਹ ਕੇਸ ਜਿਹੜਾ ਉਹ CBI ਤੋਂ ਲਾਂਭੇ ਹੋ ਕੇ ਆਪਦੇ ਵੱਲੋਂ ਪਾਇਆ, ਤਾਂ ਉਸ ਦੌਰਾਨ ਹੀ ਕੁਲਦੀਪ ਸਿੰਘ ਬਚੜੇ ਦੀ ਬਹੁਤ ਹੀ ਰਹੱਸਮਈ ਤਰੀਕੇ ਨਾਲ, ਉਂਝ ਤਾਂ ਉਹ ਮਤਲਬ ਕਿ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ, ਪਰ ਫਿਰ ਵੀ ਬਹੁਤ ਹੀ ਸਸਪੀਸ਼ੀਅਸ ਸਰਕਮਸਟਾਂਸਿਸ ਦੇ ਵਿੱਚ ਉਹਦੀ ਡੈਥ ਹੋਈ। ਤੇ ਉਸ ਤੋਂ ਬਾਅਦ ਜਿਹੜੀ ਹਾਈ ਕੋਰਟ ਨੇ ਉਹ ਕੇਸ ਜਿਹੜਾ ਇਹ ਕਹਿ ਕੇ ਡਿਸਕੰਟੀਨਿਊ ਕੀਤਾ ਕਿ ਹੁਣ ਜਿਹੜਾ ਮੇਨ ਗਵਾਹ ਸੀ ਉਹੀ ਜ਼ਿੰਦਾ ਨਹੀਂ ਬਚਿਆ।
ਸੋ ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ KPS ਗਿੱਲ ਆਪਣੀ ਮੌਤ 'ਤੇ ਮਰ ਗਿਆ, ਪਰ ਜੋ ਕਮਾਂਡ ਰਿਸਪੌਂਸਿਬਿਲਿਟੀ ਦਾ ਕੇਸ ਸੀਗਾ, ਜੋ KPS ਗਿੱਲ ਦੀ ਕਮਾਂਡ ਰਿਸਪੌਂਸਿਬਿਲਿਟੀ ਅੰਡਰ ਪੰਜਾਬ ਦੇ ਅੰਦਰ ਜੋ ਕਤਲੋਗਾਰਤ ਹੋਈ ਆ, ਉਹ ਕੇਸ ਹਾਲੇ ਸਾਡੇ ਸਿਰ ਪਿਆ ਹੈ ਅਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਚਾਹੇ ਉਹ ਮਰ ਵੀ ਗਿਆ ਹੈ ਪਰ ਇਹ ਇਤਿਹਾਸ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਦਰਜ ਹੋਵੇ। ਸੋ ਪਿਆਰੇ ਦਰਸ਼ਕੋ, ਜਿਹੜੇ ਚੰਗੇ ਕੰਮ ਕਰਦੇ ਹਨ ਦੁਨੀਆ ਨੂੰ ਯਾਦ ਕਰਦੀ ਹੈ। ਸਰਦਾਰ ਜਸਵੰਤ ਸਿੰਘ ਜੀ ਖਾਲੜਾ ਹੁਣਾਂ ਨੂੰ ਲੋਕੀ ਜਿਹੜੇ ਆ ਯਾਦ ਕਰਦੇ ਰਹਿਣਗੇ, ਕਿਉਂਕਿ ਉਹਨਾਂ ਇੱਕ ਕੌਮ ਦੀ ਖਾਤਰ ਜਿਹੜੀਆਂ ਇੰਨੀਆਂ ਲਾਵਾਰਸ ਲਾਸ਼ਾਂ ਜਿਹੜਿਆ ਉਹਨਾਂ ਨੂੰ ਇੱਕ ਕਚਹਿਰੀਆਂ ਦੇ ਵਿੱਚ ਨਹੀਂ, ਇੱਕ ਵਰਲਡ ਦੀ ਪਾਰਲੀਮੈਂਟ ਦੇ ਵਿੱਚ ਲਿਆਂਦਾ। ਅਤੇ ਜਦੋਂ ਬੇਟਾ ਫਿਰ ਡੈਡੀ ਇੱਦਾਂ ਹੋ ਗਏ ਅਤੇ ਫਿਰ ਤੁਹਾਡਾ ਜਿਹੜਾ ਰਹਿਣ ਸਹਿਣ ਜਾਂ ਜਿਹੜਾ ਤੁਹਾਡੇ ਆਮ ਜਿਹੜੇ ਖਰਚ ਸੀਗੇ ਜਾਂ ਜਿਹੜੀ ਜੀਵਨ ਕਿੱਦਾਂ ਗੁਜ਼ਰਿਆ, ਤੁਹਾਡੇ ਘਰ ਦੇ ਕੀ ਹਾਲਾਤ ਰਹੇ? ਕਹਿਣ ਦਾ ਭਾਵ ਕਿਸੇ ਜਥੇਬੰਦੀ ਨੇ ਤੁਹਾਡੀ ਕੋਈ ਮਦਦ ਕੀਤੀ, ਕੀ ਕਹਿਣਾ ਚਾਹੋਗੇ? ਦੇਖੋ 1995 ਦੇ ਵਿੱਚ ਉਦੋਂ ਹਾਲੇ ਈਵਨ ਪਹਿਲਾਂ ਵੀ ਜਿਹੜਾ ਮੇਰੇ ਮੰਮੀ ਜੌਬ ਕਰਦੇ ਸੀ, ਸੋ ਸਾਡੇ ਘਰ ਦੀ ਪ੍ਰਾਇਮਰੀ ਸੋਰਸ ਆਫ ਇਨਕਮ ਮੇਰੇ ਮੰਮੀ ਦੀ ਜੌਬ ਤੋਂ ਹੀ ਆਉਂਦੀ ਸੀ। ਪਾਪਾ ਜਿਹੜੇ ਉਹ ਮੋਰ ਸੋਸ਼ਲੀ ਇਨਵੋਲਵਡ ਸੀਗੇ, ਉਹਨਾਂ ਦੇ ਜਾਂ ਸਾਡੀ ਵਾਈ ਖੇਤੀ ਦੇ ਵਿੱਚੋਂ ਜੋ ਆਉਂਦਾ ਸੀ। ਤੁਹਾਨੂੰ ਪਤਾ ਜੇ ਘਰ ਦਾ ਜੀ ਕਿਤੇ ਵੀ ਚਲੇ ਜੇ, ਆਮ ਜ਼ਿੰਦਗੀ 'ਚ ਵੀ ਜੇ ਕਿਸੇ ਦੀ ਮੌਤ ਹੋ ਜਾਵੇ ਤਾਂ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਆ। ਸੋ ਅਸੀਂ ਉਹ ਸਮਾਂ ਵੀ ਦੇਖਿਆ ਜਦੋਂ ਸਾਡੇ ਆਪਣੇ ਸਕੇ ਰਿਸ਼ਤੇਦਾਰਾਂ ਨੇ ਸਾਨੂੰ ਪੁੱਛਣਾ ਬੰਦ ਕਰ ਦਿੱਤਾ ਸੀ, ਸਾਨੂੰ ਬੁਲਾਉਣਾ ਬੰਦ ਕਰ ਦਿੱਤਾ ਸੀ, ਸਾਡੀਆਂ ਫੀਸਾਂ ਤੱਕ ਦੀ ਪ੍ਰੋਬਲਮ ਆ ਗਈ ਸੀ ਉਸ ਟਾਈਮ 'ਤੇ। ਪਰ ਵਾਹਿਗੁਰੂ ਜਿਹੜਾ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਰਾਹ ਦਿੰਦਾ ਹੀ ਰਹਿੰਦਾ ਹੈ। ਸੋ ਜੋ ਇੱਕ ਮੇਰੇ ਫਾਦਰ ਸਾਹਿਬ ਜਿੱਦਣ ਉਹਨਾਂ ਨੂੰ ਚੱਕਿਆ ਗਿਆ ਅਤੇ ਮੰਮੀ ਦੇ ਜੌਬ ਜਾਣ ਤੋਂ ਪਹਿਲਾਂ ਉਹ ਪਾਈਪ ਨਾਲ ਪਾਣੀ ਦੇ ਰਹੇ ਸੀ ਬੂਟਿਆਂ ਨੂੰ, ਅਤੇ ਉਹਨਾਂ ਨੇ ਉਹ ਬੂਟਿਆਂ ਨੂੰ ਪਾਣੀ ਦਿੰਦਿਆਂ ਅਚਾਨਕ ਪਾਈਪ ਛੱਡ ਕੇ, ਘੰਟਾ ਪਹਿਲਾਂ ਦੀ ਗੱਲ ਹੈ ਚੱਕੇ ਜਾਣ ਤੋਂ, ਤਾਂ ਉਹਨਾਂ ਨੇ ਆ ਕੇ ਮੰਮੀ ਨੂੰ ਰਸੋਈ 'ਚ ਕਿਹਾ ਕਿ ਤੂੰ ਬੱਚੇ ਪੜ੍ਹਾ ਲੇਂਗੀ। ਸੋ ਮੰਮੀ ਉਦੋਂ ਚਾਹ ਬਣਾ ਰਹੇ ਸੀ ਅਤੇ ਉਹਨਾਂ ਨੇ ਸੋਚਿਆ ਕਿ ਉਂਝ ਹੀ ਸ਼ਾਇਦ ਕੋਈ ਸੁਭਾਵਿਕ ਗੱਲ ਕੀਤੀ ਹੈ, ਤਾਂ ਉਹਨਾਂ ਨੇ ਕਿਹਾ ਵੀ ਹਾਂ ਅੱਗੇ ਵੀ ਮੈਂ ਹੀ ਪੜ੍ਹਾਉਂਦੀ ਹਾਂ ਤਾਂ ਮੈਂ ਪੜ੍ਹਾ ਲੂੰਗੀ। ਪਰ ਉਹ ਗੱਲ ਜਿਵੇਂ ਇੱਕ ਤਰ੍ਹਾਂ ਦਾ ਆਖਰੀ ਮੈਸੇਜ ਸੀ ਜਾਂ ਆਖਰੀ ਉਹਨਾਂ ਦੀ ਖੁਆਇਸ਼ ਸੀ ਮੇਰੇ ਮੰਮੀ ਤੋਂ। ਸੋ ਉਹ ਮੰਮੀ ਨੇ ਆਪਦਾ ਇੱਕ ਅਹਿਦ ਰੱਖਿਆ ਕਿ ਹੁਣ ਮੈਂ ਕੇਸ ਤਾਂ ਲੜਨਾ ਹੀ ਲੜਨਾ, ਪਰ ਮੈਂ ਜਿਹੜਾ ਆਖਰੀ ਪ੍ਰੋਮਿਸ ਆ ਉਹ ਜ਼ਰੂਰ ਪੂਰਾ ਕਰਨਾ। ਸੋ ਮੈਂ ਕਹੂੰਗੀ ਕਿ ਅਸੀਂ ਦੋਵੇਂ ਹੀ ਭੈਣ ਭਰਾ, ਉਹਨਾਂ ਨੇ ਸਾਨੂੰ ਮਾਸਟਰਸ ਤੱਕ ਜਿਹੜਾ ਪੜ੍ਹਾਇਆ, ਉੱਥੇ ਪੜ੍ਹਾਇਆ ਪਹਿਲਾਂ, ਫਿਰ ਮਾਸਟਰਸ ਦੋਵਾਂ ਨੂੰ ਬਾਹਰ ਕਰਨ ਲਈ ਭੇਜਿਆ ਆਪਦੇ ਬਲਬੂਤੇ 'ਤੇ। ਸੋ ਜਥੇਬੰਦੀ ਦੀ ਗੱਲ ਇਹ ਹੈ ਕਿ ਮੇਰੇ ਦਾਦਾ ਜੀ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਅਸੀਂ ਕੇਸ ਜਿਹੜਾ ਉਹ ਘਰੋਂ ਲੜਨਾ ਹੈ, ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਸਿਆਸੀ ਪਾਰਟੀ ਦਾ ਸਾਥ ਨਹੀਂ ਲੈਣਾ। ਸ਼ੁਰੂ ਦੇ ਵਿੱਚ ਕਿਉਂਕਿ ਕਿਸੇ ਸਮੇਂ 'ਤੇ ਮੇਰੇ ਪਾਪਾ ਅਕਾਲੀ ਦਲ ਦੇ ਨਾਲ ਸੰਬੰਧਿਤ ਰਹੇ ਆ, ਉਹਨਾਂ ਦੇ ਜਨਰਲ ਸਕੱਤਰ ਰਹੇ ਆ ਹਿਊਮਨ ਰਾਈਟਸ ਵਿੰਗ ਦੇ, ਪਰ ਬਾਦਲ ਸਰਕਾਰ ਆਉਣ ਤੋਂ ਬਾਅਦ ਜੋ 96-97 ਦੇ ਵਿੱਚ ਉਹਨਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਉਹ ਟੋਟਲ ਮੁੱਕਰ ਗਏ। ਜਿਹੜਾ ਉਹਨਾਂ ਨੇ ਮੇਰੇ ਮੰਮੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੂੰਹ 'ਤੇ ਕਿਹਾ ਸੀਗਾ ਕਿ ਤੁਸੀਂ ਭੁੱਲ ਜਾਓ ਬੀਬੀ ਕੀ ਲੈਣਾ, ਬੱਚੇ ਪੜ੍ਹਾਓ ਅਤੇ ਛੱਡੋ, ਜੇ ਕੋਈ ਮਿਨਿਸਟਰੀ ਚਾਹੀਦੀ, ਕੋਈ ਚੇਅਰਮੈਨੀ ਅਤੇ ਉਹ ਦੇ ਦਿੰਦੇ ਆ, ਤੁਸੀਂ ਕੇਸ ਕੁਸ ਛੱਡ ਦਿਓ। ਸੋ ਇਹ ਚੀਜ਼ ਸਾਡੇ ਲਈ ਬਹੁਤ ਵੱਡਾ ਸਦਮਾ ਸੀ ਕਿ ਉਹਨਾਂ ਨੇ ਆਪਦੀ ਮੈਨੀਫੈਸਟੋ 'ਚ ਇਹ ਗੱਲ ਰੱਖੀ ਸੀ, ਪਰ ਉਸ ਤੋਂ ਬਾਅਦ ਮੁੱਕਰ ਗਏ। ਸੋ ਇਸ ਲਈ ਅਸੀਂ ਉਸ ਤੋਂ ਬਾਅਦ ਤਾਂ ਉਹਨਾਂ ਦਾ ਕਦੀ ਰੁੱਖ ਵੀ ਨਹੀਂ ਕੀਤਾ, ਕਿਉਂਕਿ ਇੱਕ ਵਾਰ ਜਿਹੜੀ ਗੱਲ ਕਹਿ ਦਿੱਤੀ ਗਈ ਉਸ ਤੋਂ ਬਾਅਦ ਅਸੀਂ ਕਦੀ ਆਸ ਵੀ ਨਹੀਂ ਰੱਖੀ ਕਿਸੇ ਜਥੇਬੰਦੀ ਤੋਂ। ਤੁਹਾਡਾ ਬ੍ਰਦਰ ਜਿਹੜਾ ਉਹ ਕੀ ਕੰਮ ਕਰ ਰਿਹਾ? ਉਹ ਜੀ ਹੁਣ ਕੈਨੇਡਾ ਦੇ ਵਿੱਚ ਹੈ, ਉਹ ਉੱਥੇ ਉਹਨੇ MBA ਕੀਤੀ ਹੋਈ ਹੈ, ਅਕਾਊਂਟੈਂਸੀ ਦੇ ਵਿੱਚ ਉਹ ਜੌਬ ਕਰ ਰਿਹਾ। ਸ਼ਾਦੀ ਕਰਾ ਲਈ ਉਹਨੇ? ਹਾਂਜੀ, ਉਹਦੀ ਵੀ ਸ਼ਾਦੀ। ਹੁਣ ਜਿਹੜੇ ਆ ਭੈਣ ਭਰਾ ਤੁਹਾਡੇ ਮਾਤਾ ਜਿਹੜੇ ਆ, ਹੁਣ ਵਾਹਿਗੁਰੂ ਦੇ ਪਾਣੇ ਨਾਲ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਅਤੇ ਤੁਹਾਡੀਆਂ ਭਾਵਨਾਵਾਂ ਪੂਰੀਆਂ ਕਰੇ। ਇਸੇ ਤਰ੍ਹਾਂ ਸਿੱਖੀ ਦੇ ਨਾਲ ਜਿਹੜੇ ਆ ਤੁਸੀਂ ਜੁੜੇ ਰਹੋ। ਅਤੇ ਸਿੱਖ ਚੈਨਲ ਬੇਟਾ ਵੇਖਦੇ ਹੁੰਦੇ ਜੀ? ਹਾਂਜੀ, ਮੈਂ ਫੇਸਬੁੱਕ 'ਤੇ ਫੋਲੋ ਕਰਦੀ ਹੁੰਦੀ ਹਾਂ, ਕਦੀ ਕੋਈ ਸਪੈਸ਼ਲੀ ਜਦੋਂ ਇੰਪੋਰਟੈਂਟ ਇਵੈਂਟਸ ਕਵਰ ਕਰਨੇ ਹੋਣ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਵੀ ਦੁਨੀਆ ਦੇ ਵਿੱਚ, ਤਾਂ ਮੈਂ ਜ਼ਰੂਰ ਰੈਫਰ ਕਰਦੀ ਹਾਂ ਸਿੱਖ ਚੈਨਲ। ਕਹਿਣਾ ਚਾਹੋਗੇ ਸਿੱਖ ਚੈਨਲ ਬਾਰੇ? ਮੈਂ ਇਹੀ ਕਹੂੰਗੀ ਕਿ ਬਹੁਤ ਲੋੜ ਹੈ ਸਿੱਖ ਕਮਿਊਨਿਟੀ ਕੌਮ ਨੂੰ ਐਸ ਸੱਚ। ਹਾਂ, ਸਾਡਾ ਕੋਈ ਘਰ ਜਿਹੜਾ ਕੌਮੀ ਘਰ ਹਾਲੇ ਨਹੀਂ ਬਣਿਆ, ਪਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆਪਣੀ ਕੌਮ ਨੂੰ ਇੱਕ ਲੜੀ 'ਚ ਪਰੋ ਸਕੀਏ, ਜੋੜ ਕੇ ਰੱਖ ਸਕੀਏ, ਇੱਕ ਸਾਂਝਾ ਮੈਸੇਜ ਦੇ ਸਕੀਏ। ਇਸ ਲਈ ਮੀਡੀਆ ਦੀ ਲੋੜ ਹੈ, ਅਤੇ ਮੀਡੀਆ ਬਹੁਤ ਮੈਚਿਓਰ ਮੀਡੀਆ ਦੀ ਲੋੜ ਹੈ, ਜਿਹੜਾ ਪ੍ਰੋਪੇਗੈਂਡਾ ਜਾਂ ਫਿਰ ਸਿਰਫ ਅਤੇ ਸਿਰਫ ਭੜਕਾਊ ਗੱਲਾਂ ਦੀ ਬਜਾਏ ਜਿਹੜਾ ਇਹ ਸਾਫ਼ ਮੈਸੇਜ ਅਤੇ ਸਹੀ ਖਬਰਾਂ ਜਿਹੜੀਆਂ ਉਹ ਦੁਨੀਆ ਦੇ ਅੱਗੇ ਲੈ ਕੇ ਆਵੇ। ਅਤੇ ਆਈ ਥਿੰਕ ਇਹੋ ਜਿਹੇ ਮੀਡੀਆ ਦੇ ਉਪਰਾਲੇ ਚੰਗੇ ਹੈ। ਇੰਗਲੈਂਡ ਦੇ ਵਿੱਚ ਇਹ ਚੈਨਲ ਕਾਫੀ ਵੱਡਾ ਹੈ
ਤੇ ਹੱਲੇ ਮੈਂ ਕਹਿੰਦੀ ਹਾਂ ਕਿ ਜਿਹੜਾ ਨਾਰਥ ਅਮਰੀਕਾ ਚਾਹੇ ਉਹ ਕੈਨੇਡਾ ਹੋਵੇ ਜਾਂ USA ਹੋਵੇ, ਇਹਨਾਂ ਚੀਜ਼ਾਂ 'ਚ ਹੱਲੇ ਕਾਫੀ ਪਿੱਛੇ ਹੈ। ਪਰ ਇੱਕ ਚੰਗਾ ਉਪਰਾਲਾ ਹੈ। ਤੇ ਹੁਣ ਸੋਸ਼ਲ ਮੀਡੀਆ ਦਾ ਹੋਣ ਕਰਕੇ ਜ਼ਰੂਰੀ ਨਹੀਂ ਹੈ ਕਿ ਸਿਰਫ ਤੇ ਸਿਰਫ ਇੰਗਲੈਂਡ ਦੀ ਸੰਗਤ ਹੀ ਇਸ ਚੀਜ਼ ਨੂੰ ਦੇਖ ਸਕੇ, ਇਹ ਦੁਨੀਆ ਦੇ ਕਿਤੇ ਵੀ ਕਿਸੇ ਵੀ ਨੁੱਕਰ ਤੇ ਬੈਠੇ ਅਸੀਂ ਦੇਖ ਸਕਦੇ ਹਾਂ। ਸੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਬੇਟੀ ਨੇ ਦੱਸਿਆ ਕਿ ਸਾਰੇ ਸੰਗ ਜਿਹੜੇ ਆ ਉਹ ਭੱਜ ਜਾਂਦੇ ਆ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ, ਉਹ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਬੇਟੀ ਨੇ ਆਪਣਾ ਦੱਸਿਆ ਕਿ ਕਿਸ ਤਰ੍ਹਾਂ ਸਾਖ ਸੰਬੰਧੀ ਜਿਹੜੇ ਆ ਮੂੰਹ ਮੋੜ ਗਏ। ਗੁਰੂ ਤੇਗ ਬਹਾਦਰ ਦੇ ਵੀ ਸਲੋਕ ਆਪਾਂ ਪੜ੍ਹਦੇ ਹਾਂ, ਸੁੱਖ ਮੈਂ ਸਭ ਸੰਗੀ ਪੈ, ਦੁੱਖ ਮੈਂ ਸੰਗ ਨਾ ਕੋਏ। ਸੋ ਗੁਰੂ ਪਿਆਰਿਓ, ਆਪਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਪਰਿਵਾਰਾਂ ਜਿਨ੍ਹਾਂ ਕੌਮ ਵਾਸਤੇ ਆਪਣਾ ਆਪਾ ਵਾਰਤਾ ਹੈ, ਇਹਨਾਂ ਦਾ ਆਪਾਂ ਵੱਧ ਤੋਂ ਵੱਧ ਸਤਿਕਾਰ ਕਰੀਏ ਔਰ ਇਹਨਾਂ ਦਾ ਆਪਾਂ ਮਾਣ ਵੀ ਕਰੀਏ। ਸੋ ਬੇਟਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਿੱਖ ਚੈਨਲ 'ਤੇ ਆਣ ਕੇ ਸਪੈਸ਼ਲ ਟਾਈਮ ਕੱਢ ਕੇ ਸੰਗਤਾਂ ਦੇ ਰੂਬਰੂ ਹੋ ਕੇ ਆਪਣੇ ਪਿਤਾ ਜੀ ਬਾਰੇ ਜਾਣਕਾਰੀ ਦਿੱਤੀ ਆ। ਅਤੇ ਇਸੇ ਤਰ੍ਹਾਂ ਹੀ ਤੁਸੀਂ ਸਿੱਖ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਕੌਮ ਦੀ ਸੇਵਾ ਕਰਦੇ ਰਹਿਣਾ। ਮਾਲਕ ਤੁਹਾਨੂੰ ਲੰਬੀ ਆਜੂ ਬਖਸ਼ੇ, ਤੁਹਾਡੀਆਂ ਮਨੋਭਾਵਨਾ ਗੁਰਮਤਿ ਅਨੁਸਾਰ ਪੂਰੀਆਂ ਕਰੇ ਅਤੇ ਚੜ੍ਹਦੀ ਕਲਾ ਬਖਸ਼ੇ। ਇੱਥੇ ਹੀ ਆਪਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।